ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਬੈਠਕ ਵਿਦ ਵਰੁਣ ਕੌਰ ਮਾਨ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਸੌਣ ਦਾ ਮਹੀਨਾ ਚੜ੍ਹਦੇ ਹੀ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਕਿ ਹੁਣ ਤੀਆਂ ਮਨਾਵਾਂਗੇ, ਰੌਣਕਾਂ ਲਾਵਾਂਗੇ। ਤੇ ਜਿੱਦਾਂ ਹੀ ਸੌਣ ਦਾ ਮਹੀਨਾ ਮੁੱਕਣ ਵਾਲਾ ਹੁੰਦਾ ਨਾ, ਹਲਕੀ ਜੀ ਉਦਾਸੀ ਜ਼ਰੂਰ ਆਉਂਦੀ ਹੈ ਕਿ ਹੁਣ ਕੁੜੀਆਂ ਚਿੜੀਆਂ ਦਾ ਰਲ ਕੇ ਬੈਠਣ ਵਾਲਾ ਜਿਹੜਾ ਮਕਸਦ ਹੁੰਦਾ ਹੈ, ਰੌਣਕਾਂ ਹੁੰਦੀਆਂ ਨੇ, ਉਹ ਖਤਮ ਹੋ ਗਈਆਂ। ਪਰ ਇਹ ਹਮੇਸ਼ਾ ਹੀ ਤੀਆਂ ਆਉਂਦੀਆਂ ਨੇ, ਜਾਂਦੀਆਂ ਨੇ, ਮਨਾਉਂਦੇ ਆ, ਖੁਸ਼ੀਆਂ ਮਨਾਉਂਦੇ ਆ, ਰੌਣਕਾਂ ਲਾਉਂਦੇ ਆ। ਪਰ ਤੀਆਂ ਦਾ ਇੱਕ ਇਤਿਹਾਸ ਹੈ। ਤੀਆਂ ਦੇ ਪਿੱਛੇ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜੋ ਸਾਨੂੰ ਨਹੀਂ ਪਤਾ। ਤੀਆਂ ਤੇ ਤੀਜ ਦੇ ਵਿੱਚ ਫਰਕ ਕੀ ਹੁੰਦਾ ਹੈ, ਬੱਲੋ ਪਾਉਣੀ ਕੀ ਹੁੰਦੀ ਹੈ, ਸੰਧਾਰੇ ਦਾ ਅਸਲੀ ਮਾਇਨੇ ਕੀ ਹੁੰਦੇ ਨੇ। ਸੋ ਬੜੀਆਂ ਸਾਰੀਆਂ ਗੱਲਾਂ ਨੇ, ਇਸ ਉੱਤੇ ਅੱਜ ਆਪਾਂ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ। ਤੇ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਹਰਪ੍ਰੀਤ ਕੌਰ, ਜੋ ਕਿ ਐਸੋਸੀਏਟ ਪ੍ਰੋਫੈਸਰ ਨੇ KMV ਕਾਲਜ ਜਲੰਧਰ ਦੇ ਵਿੱਚ ਪੰਜਾਬੀ ਡਿਪਾਰਟਮੈਂਟ 'ਚ। ਬਹੁਤ-ਬਹੁਤ ਸਵਾਗਤ ਹੈ ਮੈਮ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਵਰੁਣ, ਬਹੁਤ-ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੇ ਲਈ। ਹਾਜ਼ਰ ਹਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ। ਸਵਾਲ ਤਾਂ ਸਭ ਤੋਂ ਪਹਿਲਾਂ ਇਹੀ ਆ ਕਿ ਵਿਸਾਖੀ ਦੇ ਮਹੀਨੇ, ਹਨਾ, ਮਤਲਬ ਵਿਸਾਖੀ ਆਪਾਂ ਮਨਾਈ ਦੀ ਵਿਸਾਖ ਦੇ ਮਹੀਨੇ, ਸੌਣ ਦਾ ਮਹੀਨਾ ਹੀ ਖਾਸ ਤੌਰ ਤੇ ਕਿਉਂ ਚੁਣਿਆ ਗਿਆ ਤੀਆਂ ਮਨਾਉਣ ਦੇ ਲਈ? ਤੋ ਵਰੁਣ, ਮੈਨੂੰ ਇਹ ਲੱਗਦਾ ਹੈ ਕਿ ਸੌਣ ਮਹੀਨੇ ਦਾ ਸੰਬੰਧ ਜਿਹੜਾ ਨਾ ਮੌਸਮ ਦੇ ਨਾਲ ਆ। ਮਈ ਜੂਨ ਦੀ ਤਪਦੀ ਗਰਮੀ, ਤੇ ਉਸ ਤਪਦੀ ਗਰਮੀ ਤੋਂ ਬਾਅਦ ਜਦੋਂ ਮੌਨਸੂਨ ਆਉਂਦੀ ਏ ਤੇ ਇਹ ਮੌਨਸੂਨ ਦਾ ਸਵਾਗਤ ਆ। ਪਿਆਸੀ ਧਰਤੀ ਦੀ ਪਿਆਸ ਬੁਝਦੀ ਏ, ਸੁੱਕੀਆਂ ਫਸਲਾਂ ਨੂੰ ਪਾਣੀ ਪਹੁੰਚਦਾ ਆ, ਪਾਣੀ ਦੀ ਕਿੱਲਤ ਦੂਰ ਹੁੰਦੀ ਏ, ਮੌਸਮ ਸੁਹਾਵਣਾ ਹੁੰਦਾ ਆ, ਬਨਸਪਤੀ ਮੌਲਦੀ ਏ। ਤੇ ਇਸ ਮੌਲਦੀ ਬਨਸਪਤੀ ਦੇ ਵਿੱਚ ਮਨ ਜਿਹੜਾ ਨਾ ਖੁਸ਼ੀ ਤੇ ਖੇੜਿਆਂ ਦੇ ਨਾਲ ਭਰ ਜਾਂਦਾ ਹੈ। ਉਹ ਜਿਹੜਾ ਖੇੜਾ ਤੇ ਖੁਸ਼ੀ ਹੈ ਨਾ, ਉਹ ਸਾਨੂੰ ਫਿਰ ਗਾਉਣ ਦੇ ਲਈ, ਨੱਚਣ ਦੇ ਲਈ ਉਕਸਾਉਂਦੇ ਆ। ਤਾਂ ਮੈਨੂੰ ਲੱਗਦਾ ਹੈ ਕਿ ਇਹੀ ਇੱਕ ਕਾਰਨ ਆ ਕਿ ਜਿਹੜਾ ਸੁਹਾਵਣਾ ਮੌਸਮ, ਹਰਿਆਵਲ, ਪਾਣੀ ਦੇ ਨਾਲ ਤਰਬਤਰ, ਤਾਂ ਇਹ ਇੱਕ ਕਿਸਮ ਦਾ ਮੈਂ ਸਮਝਦੀ ਹਾਂ ਕਿ ਮੌਨਸੂਨ ਦੇ ਮੌਸਮ ਦਾ ਸਵਾਗਤ ਦੇ ਵਿੱਚ ਇਹ ਸੌਣ ਮਹੀਨੇ ਦਾ ਜਿਹੜਾ ਤਿਉਹਾਰ ਆ ਉਹ ਮਨਾਇਆ ਜਾਂਦਾ ਆ, ਜਿਹਦਾ ਸੰਬੰਧ ਮਨ ਦੀ ਖੁਸ਼ੀ ਦੇ ਨਾਲ ਹੈ। ਬਿਲਕੁਲ। ਤੇ ਕਹਿੰਦੇ ਨੇ ਪੁਰਾਣੇ ਸਮੇਂ ਦੇ ਵਿੱਚ, ਮੈਂ ਇੱਕ ਕੋਈ ਇੰਟਰਵਿਊ ਦੇਖ ਰਹੀ ਸੀ, ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ, ਤੇ ਉਹਦੇ ਵਿੱਚ ਇਹ ਗੱਲ ਕਿਹਾ ਗਿਆ ਕਿ ਇਹ ਗੱਲ ਬੀਬੀਆਂ ਤੋਂ ਪਤਾ ਲੱਗੀ ਆ, ਕਿਸੇ ਕਿਤਾਬ 'ਚ ਨਹੀਂ ਲਿਖੀ ਹੋਈ, ਕਿਤੇ ਨਹੀਂ ਲਿਖੀ ਹੋਈ। ਬਜ਼ੁਰਗ ਕਹਿੰਦੇ ਆ ਕਿ ਤੀਆਂ ਨੂੰ ਪਹਿਲਾਂ ਪੂਜ ਕੇ ਸ਼ੁਰੂਆਤ ਹੁੰਦੀ ਸੀ। ਪੁਰਾਣੇ ਸਮੇਂ 'ਚ ਕੋਈ ਬਰੋਟੇ ਦਾ ਦਰਖਤ ਹੁੰਦਾ, ਉਹਨੂੰ ਪੂਜਣਾ। ਇਹ ਪੂਜਣ ਦਾ ਕਾਰਨ ਉਹ ਇਸ ਤਰ੍ਹਾਂ ਆ ਕਿ ਜਿਹੜੀਆਂ ਪੀਂਘਾਂ ਪਾਈਆਂ ਜਾਂਦੀਆਂ ਸੀ, ਪਿੱਪਲਾਂ ਤੇ ਪੀਂਘ ਜਿਹੜੀ ਉਹ ਹਮੇਸ਼ਾ ਪਿੱਪਲ ਤੇ ਪੈਂਦੀ ਹੈ। ਕਈ ਜਗ੍ਹਾ ਤੇ ਬਰੋਟੇ ਤੇ ਬੋੜ ਤੇ ਪੀਂਘ ਜਿਹੜੀ ਉਹ ਪਾ ਲੈਂਦੇ ਆ, ਪਰ ਉਹਦੇ ਵਿੱਚ ਕੀ ਸੀਗਾ ਕਿ ਜਿਹੜੀਆਂ ਔਰਤਾਂ ਸੀ, ਪਿੰਡ ਦੀਆਂ ਸਿਆਣੀਆਂ ਔਰਤਾਂ ਸੀ, ਉਹ ਤੀਆਂ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਬੋੜ ਦੇ ਰੁੱਖ ਦੀ ਪੂਜਾ ਕਰਦੀਆਂ ਸੀ। ਹੁਣ ਉਹ ਜਿਹੜੀ ਬੋੜ ਦੇ ਰੁੱਖ ਦੀ ਪੂਜਾ ਆ, ਉਹ ਕੀ ਸੀ ਕਿ ਸਾਡੇ ਲੋਕ ਧਰਮ ਦੇ ਵਿੱਚ, ਸਾਡੇ ਲੋਕ ਵਿਸ਼ਵਾਸਾਂ ਦੇ ਵਿੱਚ ਇਹਨਾਂ ਰੁੱਖਾਂ ਦੇ ਨਾਲ ਬਹੁਤ ਸਾਰੀਆਂ ਵਿਸ਼ਵਾਸ ਜਿਹੜੇ ਉਹ ਸਾਡੇ ਜੁੜੇ ਆ ਜੀ, ਹੈਨਾ। ਕਿਤੇ ਤੇ ਇਹਨੂੰ ਅਸੀਂ ਪੂਜਦੇ ਆ। ਹੁਣ ਉਹ ਜਿਹੜੀ ਪੂਜਾ ਆ ਉਹ ਕਿਸੇ ਡਰ ਦੇ ਵਿੱਚੋਂ ਵੀ ਨਿਕਲੀ ਹੋ ਸਕਦੀ ਹੈ, ਹੈਨਾ, ਕਿਸੇ ਵਿਸ਼ਵਾਸ ਦੇ ਵਿੱਚੋਂ ਵੀ ਨਿਕਲੀ ਹੋ ਸਕਦੀ ਹੈ, ਤੇ ਕਿਤੇ ਨਾ ਕਿਤੇ ਇਹ ਵੀ ਮੰਨ ਲਿਆ ਜਾਂਦਾ ਹੈ ਕਿ ਜਿਹੜਾ ਬੋੜ ਹੈ ਬਹੁਤ ਵੱਡੇ ਆਕਾਰ ਦਾ ਰੁੱਖ ਆ। ਬਿਲਕੁਲ, ਹੈਨਾ। ਤਾਂ ਇਹਨੂੰ ਮੇਰਾ ਖਿਆਲ ਅਸੀਂ ਰਾਸ਼ਟਰੀ ਰੁੱਖ ਵੀ ਮੰਨਦੇ ਆ। ਤਾਂ ਇਹਦੀਆਂ ਜਿਹੜੀਆਂ ਦਾੜਾਂ ਹੁੰਦੀਆਂ ਆ, ਉਹ ਜਿਹੜੀਆਂ ਉਹ ਉੱਪਰੋਂ ਆ ਕੇ ਫਿਰ ਥੱਲੇ ਜ਼ਮੀਨ ਦੇ ਵਿੱਚ ਉੱਗ ਪੈਂਦੀਆਂ। ਬਿਲਕੁਲ। ਤੇ ਇੱਕ ਬਹੁਤ ਵੱਡਾ ਫੈਲਿਆ ਹੋਇਆ ਰੁੱਖ ਪੈਂਦੇ, ਇਹਨੂੰ ਬਾਬਾ ਬੋੜ ਵੀ ਕਹਿ ਦਿੰਦੇ ਆ। ਬਿਲਕੁਲ ਬਿਲਕੁਲ। ਤਾਂ ਇਸ ਬਾਬਾ ਬੋੜ ਨੂੰ ਜਿਹੜਾ ਆ ਔਰਤਾਂ ਵੱਲੋਂ ਪਹਿਲਾਂ ਪੂਜਿਆ ਜਾਂਦਾ ਸੀ। ਇੱਕ ਕਿਸਮ ਦੀ ਅਰਦਾਸ ਕੀਤੀ ਜਾਂਦੀ ਸੀ ਕਿ ਜਿਹੜੀਆਂ ਪਿੱਪਲਾਂ ਤੇ ਪੀਂਘਾਂ ਪਾਈਆਂ ਜਾਣਗੀਆਂ, ਜਿਹੜਾ ਤਿਉਹਾਰ ਸ਼ੁਰੂ ਹੋਣ ਜਾ ਰਿਹਾ, ਜਿਹੜੀਆਂ ਧੀਆਂ ਨੇ ਆ ਕੇ ਇਹ ਪੀਂਘਾਂ ਝੂਟਣੀਆਂ ਆ, ਉਹ ਸੁੱਖੀ ਸਾਂਦੀ ਇਹਨਾਂ ਪੀਂਘਾਂ ਨੂੰ ਝੂਟ ਕੇ ਖੁਸ਼ੀ-ਖੁਸ਼ੀ ਆਪਣੇ ਘਰਾਂ ਦੇ ਵਿੱਚ ਵਾਪਸ ਪਰਤਣ। ਤਾਂ ਉਹ ਪੂਜਾ ਜਿਹੜੀ ਹੈ, ਬੋੜ ਦੀ ਪੂਜਾ ਕਰਕੇ ਪਿੱਪਲਾਂ ਦੇ ਉੱਤੇ ਪੀਂਘਾਂ ਪਾਉਣ ਦੀ ਰਸਮ ਜਿਹੜੀ ਸੀ ਉਹ ਕੀਤੀ ਜਾਂਦੀ ਸੀ। ਅਸੀਂ ਕਹਿੰਦੇ ਤਾਂ ਤੀਆਂ ਤੀਜ ਦੀਆਂ ਆਮ ਤੌਰ ਤੇ ਲੋਕ ਸੋਚਦੇ ਆ, ਮੈਂ ਵੀ ਕਿਤੇ ਪਹਿਲਾਂ ਇਹ ਸੋਚਦੀ ਹੁੰਦੀ ਸੀ ਕਿ ਤੀਆਂ ਤੇ ਤੀਜ ਇੱਕੋ ਹੀ ਚੀਜ਼ ਹੈ। ਜਿੱਦਾਂ ਆਪਾਂ ਕਹਿ ਲਈਦਾ ਦੋ ਨਾਮ ਹੁੰਦੇ ਆ ਕਿਸੇ ਵੀ ਚੀਜ਼ ਦੇ, ਹਨਾ। ਇਹ ਦੋ ਨਾਮ ਨੇ ਜਾਂ ਵੱਖਰੇਵਾਂ ਹੈ? ਇਹਦੇ ਵਿੱਚ ਦੋ ਗੱਲਾਂ ਆ। ਜਦੋਂ ਅਸੀਂ ਤੀਆਂ ਦੀ ਗੱਲ ਕਰਦੇ ਆ ਨਾ, ਤਾਂ ਤੀਆਂ ਕਿਤੇ ਨਾ ਕਿਤੇ ਤੀਹਾਂ ਸ਼ਬਦ ਤੋਂ ਬਣਿਆ ਹੈ। ਓਕੇ, ਤੀਹਾਂ ਮਤਲਬ 30 ਦਿਨ ਮਹੀਨੇ ਦੇ, ਨਾ। ਤਾਂ ਕਿਉਂਕਿ ਜਦੋਂ ਸਾਡਾ ਇਲਾਕਾਈ ਭਾਸ਼ਾਈ ਉਚਾਰਨ ਦੇ ਵਿੱਚ ਕਿਤੇ ਨਾ ਕਿਤੇ ਫਰਕ ਆ ਜਾਂਦਾ ਆ, ਹਾਹਾ ਜਿਹੜਾ ਉੱਚੀ ਸੁਰ ਦੇ ਵਿੱਚ ਬਦਲ ਜਾਂਦਾ ਤੇ ਆਂ ਦੇ ਵਿੱਚ ਹਾਹਾ ਅਸੀਂ ਨਹੀਂ ਬੋਲਦੇ, ਆਂ ਦੇ ਵਿੱਚ ਉਹ ਸੁਰ ਦੇ ਵਿੱਚ ਤਬਦੀਲ ਹੋ ਜਾਂਦਾ।
ਤੇ ਉਹ ਤੀਹਾਂ ਜਿਹੜਾ ਹੈ ਨਾ ਉਹ ਤੀਆਂ ਦੇ ਵਿੱਚ ਬਦਲ ਗਿਆ। ਤੋ ਕਿਤੇ ਨਾ ਕਿਤੇ ਇਹ ਸਾਉਣ ਮਹੀਨੇ ਦੇ 30 ਦਿਨਾਂ ਨੂੰ ਜਿਹੜਾ ਤੀਹਾਂ ਦੇ ਰੂਪ ਦੇ ਵਿੱਚ ਜਿਹੜਾ ਉਹ ਲਿਆ ਜਾਂਦਾ ਸੀ। ਇਸ ਕਰਕੇ ਤੀਆਂ ਸ਼ਬਦ ਜਿਹੜਾ ਉਹ ਇਹਦੇ ਲਈ ਬਣਿਆ ਆ। ਕਈ ਜਗ੍ਹਾ ਤੇ ਇਹਦੇ ਲਈ ਸ਼ਬਦ ਜਿਹੜਾ ਸਾਵੇਂ ਵੀ ਵਰਤਿਆ ਜਾਂਦਾ ਹੈ। ਅੱਛਾ। ਜਦੋਂ ਅਸੀਂ ਛੋਟੇ ਹੁੰਦੇ ਸੀ ਮੈਨੂੰ ਯਾਦ ਆ ਕਿ ਜਦੋਂ ਸਾਡੀਆਂ ਵੱਡੀਆਂ ਭੈਣਾਂ ਸਹੁਰਿਆਂ ਤੋਂ ਵਾਪਸ ਆਉਂਦੀਆਂ ਸੀ ਤੀਆਂ ਮਨਾਉਣ ਦੇ ਲਈ, ਤੇ ਸਾਨੂੰ ਛੋਟਿਆਂ ਬੱਚਿਆਂ ਨੂੰ ਬਹੁਤੀ ਵਾਰੀ ਨਾਲ ਨਹੀਂ ਲੈ ਕੇ ਜਾਂਦੇ ਸੀ, ਤੇ ਅਸੀਂ ਜਿੱਦ ਕਰਦੇ ਸੀ ਕਿ ਸਾਵਾਂ ਲੱਗਣਾ ਅਸੀਂ ਵੀ ਜਾਣਾ, ਸਾਵਾਂ ਖੇਡਣ ਅਸੀਂ ਵੀ ਜਾਣਾ। ਤਾਂ ਉਹ ਸਾਵਾਂ ਉਦੋਂ ਅਸੀਂ ਇੰਨਾ ਕਦੀ ਨਹੀਂ ਸੀ ਗਹਿਰਾਈ ਨਾਲ ਸੋਚਿਆ ਕਿ ਸਾਵਾਂ ਕੀ ਹੈ ਨਾ, ਇਹਦਾ ਮਤਲਬ ਕੀ ਹੈ। ਤੋ ਅਸੀਂ ਮੈਨੂੰ ਯਾਦ ਹੈ ਕਿ ਕਈ ਵਾਰੀ 4 ਸਾਵੇਂ ਲੱਗਦੇ ਸੀ, 5 ਸਾਵੇਂ ਲੱਗਦੇ ਸੀ, ਐਤਵਾਰ ਦੇ ਐਤਵਾਰ ਸਾਵਾਂ ਲੱਗਦਾ ਸੀ। ਤੁਸੀਂ ਹੁਣ ਜਾਓ ਨਾ ਮੈਨੂੰ ਸਾਵਾਂ ਦੱਸੋ। ਹਾਂ ਮੈਂ ਦੱਸਦੀ ਹਾਂ। ਤੋ ਮਤਲਬ ਉਹ ਸਾਵਾਂ ਕੀ ਸੀ। ਫਿਰ ਹੁਣ ਜਦੋਂ ਆ ਕੇ ਮੈਂ ਉਹਦੇ ਬਾਰੇ ਸੋਚਦੀ ਹਾਂ ਤੇ ਫਿਰ ਮੈਨੂੰ ਸਮਝ ਆਈ ਕਿ ਸਾਵਾਂ ਸ਼ਬਦ ਜਿਹੜਾ ਨਾ ਸਾਵਣ ਮਹੀਨੇ ਤੋਂ ਬਣਿਆ ਹੈ। ਅੱਛਾ ਜੀ। ਨਾ ਤੋ ਸਾਵਾਂ ਸ਼ਬਦ ਵੀ ਜਿਹੜਾ ਉਹ ਤੀਆਂ ਦੇ ਲਈ ਵਰਤਿਆ ਜਾਂਦਾ ਹੈ। ਤੀਆਂ, ਸਾਵਾਂ ਤੇ ਤੀਜ। ਤੀਜ ਸ਼ਬਦ ਜਿਹੜਾ ਤੀਜ ਦਾ ਤਿਉਹਾਰ ਆ ਨਾ ਇਹ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ। ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਹੈ ਇਹਨੂੰ ਮਨਾਇਆ ਜਾਂਦਾ ਆ, ਖਾਸ ਕਰਕੇ ਹਿੰਦੂ ਧਰਮ ਦੇ ਵਿੱਚ ਜੀ, ਹੈਨਾ। ਤੀਜ ਦਾ ਵਰਤ ਵੀ ਰੱਖਦੇ ਆ, ਬਿਲਕੁਲ, ਹੈਨਾ। ਤੋ ਉਹ ਪਰ ਜਦੋਂ ਪੰਜਾਬ ਦੇ ਵਿੱਚ ਅਸੀਂ ਤੀਆਂ ਤੇ ਤੀਜ ਦੀ ਗੱਲ ਕਰਦੇ ਹਾਂ ਤਾਂ ਇਹ ਇੱਕ ਨਿਰੋਲ ਪ੍ਰਕਿਰਤਿਕ ਤਿਉਹਾਰ ਆ, ਪ੍ਰਕਿਰਤੀ ਦੇ ਨਾਲ ਜੁੜਿਆ ਤਿਉਹਾਰ ਆ, ਬਿਲਕੁਲ, ਹੈਨਾ। ਤਾਂ ਉਸ ਪ੍ਰਕਿਰਤੀ ਦੇ ਨਾਲ ਜੁੜੇ ਤਿਉਹਾਰ ਦੇ ਵਿੱਚ ਜਦੋਂ ਅਸੀਂ ਤੀਜ ਸ਼ਬਦ ਵਰਤਦੇ ਹਾਂ ਤਾਂ ਤੀਜ ਦਾ ਮਤਲਬ ਹੈਗਾ ਆ ਸਾਉਣ ਮਹੀਨੇ ਦੇ ਸ਼ੁਰੂ ਹੋਣ ਦੇ ਚਾਨਣੇ ਪੱਖ ਦੀ ਤੀਸਰੀ ਤਿਥ। ਤੀਸਰੀ ਤਿਥ ਨੂੰ ਮਨਾਇਆ ਜਾਣ ਵਾਲਾ ਤਿਉਹਾਰ ਜਿਹੜਾ ਉਹ ਤੀਜ ਜਿਹੜਾ ਉਹਨੂੰ ਕਿਹਾ ਜਾਂਦਾ ਆ। ਤਾਂ ਉਦਾਂ ਵੈਸੇ ਇਕੱਠਾ ਹੀ ਤੀਆਂ, ਸਾਵੇਂ ਤੇ ਤੀਜ ਸ਼ਬਦ ਜਿਹੜੇ ਆ ਆਪਸ ਵਿੱਚ ਅੰਤਰ ਸੰਬੰਧਿਤ ਹੀ ਹੈ, ਰਲਦੇ ਮਿਲਦੇ ਹੀ ਹੈ, ਇੱਕੋ ਜਿਹੇ ਅਰਥਾਂ ਵਾਲੇ ਆ। ਸਾਵੇਂ ਸ਼ਬਦ ਮੈਨੂੰ ਲੱਗਦਾ ਬਹੁਤ ਘੱਟ ਪਤਾ ਹੋਵੇਗਾ, ਬਹੁਤ ਘੱਟ। ਮੈਨੂੰ ਵੀ ਹੁਣੇ ਪਤਾ ਲੱਗਿਆ, ਮੈਨੂੰ ਨਹੀਂ ਪਤਾ ਸੀ। ਇਹਦਾ ਇੱਕ ਕਾਰਨ ਇਲਾਕਾਈ ਵਖਰੇਵੇਂ ਇਹ ਮੈਨੂੰ ਲੱਗਦਾ ਹੈ ਕਿ ਇਲਾਕੇ ਦਾ ਹੀ ਵਖਰੇਵਾ ਆ। ਹਾਂ, ਤਾਂ ਅਸੀਂ ਜਦੋਂ ਛੋਟੇ ਸੀ ਤੇ ਸਾਵਾਂ ਸ਼ਬਦ ਹੀ ਵਰਤਦੇ ਸੀ। ਹਾਂ, ਠੀਕ ਹੈ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਤੀਆਂ ਦੀ, ਹਨਾ, ਫਿਰ ਇੱਕ ਦਿਮਾਗ 'ਚ ਗੱਲ ਆਉਂਦੀ ਹੈ ਕਿ ਹੁਣ ਭਰਾ ਨਹੀਂ ਲੈਣ ਆ ਜਾਣਾ, ਤੇ ਜੇ ਕਿਸੇ ਨੂੰ ਭਰਾ ਨਹੀਂ ਲੈਣ ਆਇਆ ਤੇ ਸੱਸ ਤਾਨੇ ਮਾਰ-ਮਾਰ ਬੁਰਾ ਹਾਲ ਕਰ ਦਿੰਦੀ ਸੀ, ਤੇਰਾ ਭਰਾ ਤਾਂ ਤੈਨੂੰ ਲੈਣ ਨਹੀਂ ਆਇਆ। ਤੇ ਸੰਧਾਰੇ ਵੱਲ ਸੱਸ ਦਾ ਧਿਆਨ ਜ਼ਰੂਰ ਹੁੰਦਾ ਸੀ। ਬੜੇ ਕੰਪੀਟੀਸ਼ਨਸ ਦੇਖੀ ਦੇ ਤੀਆਂ ਦੇ ਉੱਤੇ, ਸਵਾਲ ਪੁੱਛਿਆ ਜਾਂਦਾ ਸੰਧਾਰਾ ਕੀ ਹੁੰਦਾ, ਕੁੜੀਆਂ ਦੱਸ ਦਿੰਦੀਆਂ ਸੰਧਾਰਾ ਇਹ ਹੁੰਦਾ। ਸਹੀ ਮਾਇਨਿਆਂ ਦੇ ਵਿੱਚ ਸੰਧਾਰੇ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ, ਇਹ ਕਦੋਂ ਦਿੱਤਾ ਜਾਂਦਾ, ਇਹਦਾ ਇਤਿਹਾਸ ਵਗੈਰਾ ਵੀ ਕੁਝ ਹੈ? ਸੰਧਾਰਾ ਇੱਕ ਕਿਸਮ ਦਾ ਤੋਹਫਾ ਆ, ਹੈਨਾ। ਜੇ ਆਪਾਂ ਪਿੱਛੇ ਜਾ ਕੇ ਸੋਚੀਏ ਤੇ ਕੁੜੀ ਦੇ ਨਾਲ ਜੁੜੀਆਂ ਜਿੰਨੀਆਂ ਵੀ ਰਸਮਾਂ ਆ, ਹੈਨਾ। ਇੱਕ ਤੁਸੀਂ ਸੁਣਿਆ ਹੈ ਕਿ ਆਮ ਕਹਾਵਤ ਹੈ ਕਿ ਕੁੜੀਆਂ ਨੂੰ ਤੇ ਸਾਰੀ ਉਮਰ ਦੇਣਾ ਹੁੰਦਾ ਹੈ, ਹੈਨਾ। ਇਦਾਂ ਕਹਿੰਦੇ ਆ ਕਿ ਕੁੜੀਆਂ ਨੂੰ ਤੇ ਸਾਰੀ ਉਮਰ ਦੇਣਾ ਜੀ। ਕੀ ਦੇਣਾ ਹੈ, ਕਿਉਂ ਦੇਣਾ ਹੈ? ਕਿ ਉਹਦੇ ਵਿੱਚ ਕੀ ਹੈ ਕਿ ਜਦੋਂ ਕੁੜੀ ਦਾ ਵਿਆਹ ਹੁੰਦਾ ਆ ਤੇ ਕੁੜੀ ਇਕੱਲਾ ਆਪਣਾ ਜ਼ਮੀਨ ਜਾਇਦਾਦ ਹੀ ਨਹੀਂ ਪਿੱਛੇ ਛੱਡ ਕੇ ਆਉਂਦੀ, ਹੈਨਾ। ਉਹਦੇ ਘਰ ਦੇ ਵਿੱਚ, ਮਾਂ-ਬਾਪ ਦੇ ਘਰ ਦੇ ਵਿੱਚ ਮੁੰਡਾ ਕੁੜੀ ਮਾਲਕ ਆ ਜੀ, ਹੈਨਾ, ਪਰ ਮੁੰਡਾ ਤੇ ਉੱਥੇ ਹੀ ਹੈ, ਕੁੜੀ ਸਾਰਾ ਕੁਝ ਛੱਡ ਕੇ ਆ ਰਹੀ ਹੈ, ਬਿਲਕੁਲ, ਹੈਨਾ। ਉਹ ਜ਼ਮੀਨ ਜਾਇਦਾਦ ਹੀ ਛੱਡ ਕੇ ਨਹੀਂ ਆ ਰਹੀ, ਉਹ ਬਹੁਤ ਕੁਝ ਛੱਡ ਕੇ ਆ ਰਹੀ ਹੈ। ਉਹ ਆਪਣੇ ਭੈਣ ਭਰਾ, ਮਾਂ ਬਾਪ, ਸਾਰਾ ਕੁਝ ਦਾ ਤਿਆਗ ਕਰਕੇ ਨਾ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਪ੍ਰਵੇਸ਼ ਕਰ ਰਹੀ ਹੈ। ਤਾਂ ਜਿਹੜੇ ਫਿਰ ਇਹ ਇੱਕ ਕਿਸਮ ਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਕੰਪਨਸੇਸ਼ਨ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਤੋਹਫੇ ਦੇ ਰੂਪ ਦੇ ਵਿੱਚ ਕਿ ਧੀਆਂ ਜਿਹੜੀਆਂ ਆ ਸਾਰਾ ਕੁਝ ਆਪਣੇ ਮਾਂ ਬਾਪ, ਭੈਣ ਭਰਾ, ਜ਼ਮੀਨ ਜਾਇਦਾਦ, ਸਾਰਾ ਕੁਝ ਜਿਹਦੇ ਤੇ ਇੱਕ ਸਮਾਂ ਸੀ ਜਦੋਂ ਪੂਰਾ ਹੱਕ ਹੁੰਦਾ ਸੀ ਉਹਦੇ ਤੇ, ਬਿਲਕੁਲ ਬਿਲਕੁਲ, ਤਾਂ ਉਹ ਸਾਰਾ ਛੱਡ ਕੇ ਜਦੋਂ ਜਾ ਰਹੀ ਏ ਤੇ ਫਿਰ ਉਹ ਥੋੜਾ ਤੋਹਫਿਆਂ ਦੇ ਰੂਪ ਵਿੱਚ ਜੋ ਉਹਨੂੰ ਦਿੱਤਾ ਜਾਂਦਾ ਸੀ, ਉਹ ਸਾਰਾ ਕੁਝ ਜਿਹੜਾ ਉਹਦੇ ਵਿੱਚੋਂ ਹੀ ਸੰਧਾਰਾ ਦੀ ਰਸਮ ਵੀ ਜਿਹੜੀ ਉਹ ਮੈਨੂੰ ਨਿਕਲੀ ਲੱਗਦੀ ਹੈ। ਇਹ ਨਾਮ ਫਿਰ ਪਾ ਦਿੱਤਾ ਗਿਆ ਸੰਧਾਰਾ। ਤਾਂ ਸੰਧਾਰਾ ਜਿਹੜਾ ਆ ਤੀਆਂ ਖਤਮ ਹੋਣ ਤੇ ਜਿਹੜੀ ਸਹੁਰਿਓਂ ਧੀ ਆਈ ਹੁੰਦੀ ਹੈ ਪੇਕੇ, ਉਹਨੂੰ ਜਦੋਂ ਭਰਾ ਛੱਡਣ ਜਾਂਦਾ ਆ ਤੇ ਉਹ ਸੰਧਾਰਾ ਜਿਹੜਾ ਲੈ ਕੇ ਜਾਂਦਾ। ਜਾਂ ਜਦੋਂ ਕੋਈ ਜਿਹੜੀ ਕਿਸੇ ਕਾਰਨ ਕਰਕੇ ਸਹੁਰਿਓਂ ਧੀਆਂ ਦੇ ਵਿੱਚ ਨਹੀਂ ਆ ਸਕੀ, ਸੌਣ ਮਹੀਨੇ ਦੇ ਵਿੱਚ ਪੇਕੇ ਨਹੀਂ ਆ ਸਕੀ, ਖਾਸ ਕਰਕੇ ਉਹਦੇ ਲਈ ਤੇ ਸੰਧਾਰਾ ਜਾਣਾ ਹੀ ਜਾਣਾ ਹੈ। ਅੱਛਾ ਜੀ, ਹੈਨਾ, ਕਿ ਜੇ ਉਹ ਨਹੀਂ ਆ ਸਕੀ ਉਹਦੇ ਲਈ ਤੇ ਜ਼ਰੂਰ ਜਾਣਾ ਆ, ਕਿ ਕਿਸੇ ਵੀ ਕਾਰਨ ਕਰਕੇ ਜੇ ਉਹ ਨਹੀਂ ਆ ਸਕੀ ਤੇ ਤੋ ਇਹ ਸੰਧਾਰਾ ਜਿਹੜਾ ਉਹਦੇ ਵਿੱਚ ਵੇਖੋ ਹੁਣ ਤੇ ਜਿਹੜਾ ਆ ਪੱਛਮੀਕਰਨ ਹੋ ਗਿਆ, ਕਹਿ ਲਈਏ ਆਪਾਂ, ਬਹੁਤ ਕੁਝ ਮਾਡਰਨ ਹੋ ਗਿਆ, ਤੋਹਫੇ ਜਿਹੜੇ ਮਾਡਰਨ ਜਾਣ ਲੱਗ ਗਏ, ਪਤਾਸਿਆਂ ਦੀ ਜਗ੍ਹਾ ਬਿਸਕੁਟਾਂ ਦੇ ਡੱਬਿਆਂ ਨੇ ਥਾਂ ਲੈ ਲਈ, ਚਾਕਲੇਟਾਂ ਦੇ ਡੱਬਿਆਂ ਨੇ ਥਾਂ ਲੈ ਲਈ। ਤੋਂ ਪਰ ਉਦੋਂ ਤੇ ਜੋ ਜਿਹੜਾ ਉਸ ਵੇਲੇ ਦੀਆਂ
ਜਿਹੜੀਆਂ ਆਪਾਂ ਕਹਿ ਸਕਦੇ ਹਾਂ ਟ੍ਰੈਡੀਸ਼ਨਲ ਮਠਿਆਈਆਂ ਸੀਗੀਆਂ, ਪਤਾਸੇ ਆ, ਬਿਸਕੁਟ ਆ, ਸੂਟ ਸੀ, ਜਾਂ ਫਿਰ ਜੇ ਕੋਈ ਬੜਾ ਸਰਦਾ ਪੁੱਜਦਾ ਘਰ ਹੁੰਦਾ ਸੀ ਤੇ ਕੋਈ ਸੋਨੇ ਦੀ ਚੀਜ਼ ਵੀ ਬਣਾ ਕੇ ਦੇ ਦਿੰਦੇ ਸੀ। ਕੋਈ ਬਹੁਤ ਵੱਡੇ ਘਰ ਦੀ ਜੇ ਕੁੜੀ ਸਿਰ ਤੇ ਪੁੱਜਦੀ ਹੈ ਨਾ, ਤਾਂ ਇਹ ਤੋਹਫੇ ਦੇ ਰੂਪ ਦੇ ਵਿੱਚ ਸੰਧਾਰਾ, ਔਰ ਇਹ ਸੰਧਾਰਾ ਜਿਹੜਾ ਨਾ ਇਹ ਸਹੁਰੇ ਪਰਿਵਾਰ ਦੇ ਵਿੱਚ ਕੁੜੀ ਦੀ ਜਿਹੜੀ ਹੈ ਨਾ ਇੱਕ ਕਹਿ ਲੋ ਕਿ ਉਹਦੀ ਜਗ੍ਹਾ ਬਣਾਉਂਦਾ ਸੀ ਹੈਨਾ। ਵੀ ਜੇ ਕਿਸੇ ਦਾ ਸੰਧਾਰਾ ਨਹੀਂ ਆਇਆ ਤੇ ਉਹਨੂੰ ਇਦਾਂ ਆਪਣਾ ਆਪ ਛੋਟਾ ਲੱਗਣ ਲੱਗ ਜਾਂਦਾ ਸੀ। ਕਿਸੇ ਨਾ ਕਿਤੇ ਉਹਨੂੰ ਆਪਣੀ ਸੱਸ ਦੇ ਨਾਲ ਅੱਖ ਮਿਲਾਉਂਦਿਆਂ ਹੋਇਆਂ ਘਰ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਮੈਂ ਮਤਲਬ ਕਿ ਮੈਂ ਕੱਦ ਮੇਰਾ ਛੋਟਾ ਹੋ ਗਿਆ, ਕਿ ਮੇਰਾ ਪੇਕਿਆਂ ਦੇ ਵੱਲੋਂ ਮੇਰਾ ਸੰਧਾਰਾ ਜਿਹੜਾ ਉਹ ਨਹੀਂ ਪਹੁੰਚਿਆ। ਤਾਂ ਫਿਰ ਹਰ ਭਰਾ ਦੀ ਕੋਸ਼ਿਸ਼ ਹੁੰਦੀ ਸੀ ਕਿ ਜੇ ਭੈਣ ਨਹੀਂ ਵੀ ਆ ਸਕੀ ਤੇ ਉਹਦਾ ਸੰਧਾਰਾ ਜਿਹੜਾ ਉਹ ਜ਼ਰੂਰ ਉਹਦੇ ਤੱਕ ਪਹੁੰਚਣਾ। ਬਿਲਕੁਲ। ਤੇ ਗੱਲ ਸਹੁਰਿਆਂ ਦੀ ਚੱਲੀ, ਮੈਂ ਸੱਸ ਦੀ ਗੱਲ ਪਹਿਲਾਂ ਕੀਤੀ ਸੀ, ਇਹ ਵੀ ਕਹਿੰਦੇ ਆ ਕਿ ਜਿਹੜੀ ਨੌਂ ਆ ਉਹ ਸੱਸ ਦੇ ਮੱਥੇ ਨਹੀਂ ਲੱਗਦੀ ਸੌਣ ਮਹੀਨੇ। ਬੜਾ ਸੁਣਿਆ ਆਪਾਂ ਇਸ ਗੱਲ ਨੂੰ ਕਿ ਮੱਥੇ ਨਹੀਂ ਲੱਗਣੀਆਂ ਚਾਹੀਦੀਆਂ, ਚੰਗਾ ਨਹੀਂ ਹੁੰਦਾ, ਅਸ਼ੁਭ ਹੁੰਦਾ। ਇਹ ਕੋਈ ਲੌਜਿਕ ਹੈ ਜਾਂ ਬਹਾਨਾ ਆ? ਬਹਾਨਾ ਆਪਾਂ ਕਹਿ ਸਕਦੇ ਹਾਂ ਕਿ ਬਹਾਨਾ ਆ ਜੀ। ਉਹਦਾ ਕਾਰਨ ਕੀ ਹੈ? ਵੇਖੋ, ਜੇ ਆਪਾਂ ਹੁਣ ਦੇ ਨਾਲ ਕਰਕੇ ਵੇਖੀਏ ਜਿਹੜਾ ਆ ਕੰਪੈਰੀਜ਼ਨ, ਤੇ ਜਿਹੜੀਆਂ ਹੁਣ ਦੀਆਂ ਕੁੜੀਆਂ ਜਦੋਂ ਵਿਆਹ ਕੇ ਜਾਂਦੀਆਂ ਆ ਉਹਨਾਂ ਕੋਲ ਫੋਨ ਆ। ਉਹ ਹੋ ਸਕਦਾ ਹੈ ਕਿ ਡੋਲੀ ਵਿੱਚ ਬਹਿੰਦਿਆਂ ਹੀ ਵੀਡੀਓ ਕਾਲ ਕਰ ਲੈਣ, ਮਾਂ ਦੇ ਨਾਲ ਜੁੜ ਜਾਣ, ਬਾਪ ਦੇ ਨਾਲ ਗੱਲ ਕਰ ਲੈਣ, ਭੈਣ ਭਰਾਵਾਂ ਦੇ ਨਾਲ ਕਰ ਲੈਣ, ਹਨਾ। ਤੋ ਜਾਂ ਫਿਰ ਉਹਦੇ ਕੋਲ ਆਉਣ ਜਾਣ ਦਾ ਸਾਧਨ ਆ, ਉਹ ਦੂਸਰੇ ਦਿਨ ਹੀ ਆਪਣੀ ਐਕਟਿਵਾ ਚੁੱਕ ਕੇ ਆਪਣੇ ਮਾਂ-ਬਾਪ ਨੂੰ ਮਿਲਣ ਆ ਸਕਦੀ ਹੈ, ਕਾਰ ਚਲਾ ਕੇ ਆ ਸਕਦੀ ਹੈ। ਤਾਂ ਬਹੁਤ ਵੱਡੀ ਤਬਦੀਲੀ ਜਿਹੜੀ ਆ ਗਈ ਨਾ। ਪਰ ਉਹ ਇੱਕ ਸਮਾਂ ਸੀਗਾ ਜਦੋਂ ਵਰੁਣ ਨਾ ਸੰਚਾਰ ਦੇ ਸਾਧਨ ਸੀ ਨਾ ਆਵਾਜਾਈ ਦੇ ਸਾਧਨ ਸੀ ਜੀ, ਹੈਨਾ। ਤੇ ਸੰਚਾਰ ਦੇ ਸਾਧਨ ਨਾ ਹੋਣ ਕਰਕੇ, ਆਵਾਜਾਈ ਦੇ ਸਾਧਨ ਨਾ ਹੋਣ ਕਰਕੇ ਧੀ ਜਿਹੜੀ ਹੈ ਉਹ ਬਹੁਤ ਲੰਬਾ ਸਮਾਂ ਤੱਕ ਆਪਣੇ ਮਾਂ-ਬਾਪ ਕੋਲ ਨਹੀਂ ਆਉਂਦੀ ਸੀ ਮਿਲਣ ਦੇ ਲਈ, ਹੈਨਾ। ਇੱਕ ਲੰਬਾ ਗੈਪ ਜਿਹੜਾ ਉਹਨਾਂ ਦੇ ਵਿੱਚ ਪੈ ਜਾਂਦਾ ਸੀ ਜੀ। ਤੇ ਕਿਉਂਕਿ ਉਦੋਂ ਕੀ ਸੀਗਾ ਕਿ ਇੱਕ ਇਹ ਵੀ ਸੀਗਾ ਕਿ ਸਾਡੀ ਮਰਿਆਦਾ ਆ ਜਾਂ ਸਾਡੀ ਸੱਭਿਆਚਾਰਕ ਮੰਗ ਆ ਕਿ ਜਿਹੜੀ ਵਿਆਹੀ ਹੋਈ ਧੀ ਹੈ ਉਹ ਇਕੱਲੀ ਨਹੀਂ ਆ ਸਕਦੀ ਜੀ, ਜਾਂ ਤੇ ਉਹਨੂੰ ਉਹਦਾ ਭਰਾ ਲੈਣ ਆਵੇ, ਜਾਂ ਫਿਰ ਪਿੰਡ ਦੇ ਨਾਈ ਹੁੰਦੇ ਸੀ ਜਿਹੜੇ ਸੱਦਾ ਲੈ ਕੇ ਜਾਂਦੇ ਸੀ, ਲਾਗੀ ਵੀ ਕਹਿ ਦਿੰਦੇ ਜਿਨ੍ਹਾਂ ਨੂੰ ਕਹਿ ਦਿੰਦੇ ਆ, ਜਾਂ ਫਿਰ ਸਹੁਰਿਆਂ ਦੇ ਵਿੱਚੋਂ ਪਤੀ ਛੱਡ ਕੇ ਜਾਵੇ, ਹੈਨਾ। ਤੇ ਫਿਰ ਉਹ ਇੰਨੇ ਮਤਲਬ ਸਾਂਝੇ ਪਰਿਵਾਰ ਹੁੰਦੇ ਸੀ, ਵੱਡੇ ਪਰਿਵਾਰ ਹੁੰਦੇ ਸੀ, ਖੇਤੀ ਦਾ ਕੰਮ ਹੁੰਦਾ ਸੀ, ਭਾਰੇ ਕੰਮ ਹੁੰਦੇ ਸੀ, ਤੇ ਉਹ ਮਤਲਬ ਨੂੰਹ ਨੂੰ ਉਸ ਘਰ ਦੇ ਵਿੱਚੋਂ ਨਿਕਲਣਾ ਵੀ ਔਖਾ ਹੁੰਦਾ ਸੀ, ਹੈਨਾ। ਕਿ ਘਰ ਦੇ ਕੰਮ ਸੱਸ ਦੇ ਸਿਰ ਜ਼ਿੰਮੇਵਾਰੀਆਂ ਪਾ ਕੇ ਨੂੰਹ ਦੇ ਸਿਰ ਜ਼ਿੰਮੇਵਾਰੀਆਂ, ਉਹ ਸਾਰੀਆਂ ਜ਼ਿੰਮੇਵਾਰੀਆਂ ਹੁਣ ਸੱਸ ਦੇ ਸਿਰ ਪਾ ਕੇ ਆਉਣਾ ਉਹਦੇ ਲਈ ਔਖਾ। ਨਾ ਆਵਾਜਾਈ ਦੇ ਸਾਧਨ, ਨਾ ਫੋਨ, ਨਾ ਫਿਰ ਕੰਮ ਦਾ ਬੋਝ ਜੀ। ਤਾਂ ਇਹ ਸਾਰੇ ਕਾਰਨ ਇਹੋ ਜਿਹੇ ਸੀਗੇ ਕਿ ਫਿਰ ਕੋਈ ਬਹਾਨਾ ਚਾਹੀਦਾ ਸੀ ਕਿ ਕਿੱਦਾਂ ਇਹਨੂੰ ਇੱਕ ਬ੍ਰੇਕ ਮਿਲੇ। ਬਿਲਕੁਲ, ਹੈਨਾ। ਇੱਕ ਜਿਹੜੀ ਲਗਾਤਾਰ ਜਿਹੜੀ ਉਹਦੀ ਰਫ਼ਤਾਰ ਜਿਹੜੀ ਜ਼ਿੰਦਗੀ ਦੀ, ਉਹ ਇੱਕ ਰਫ਼ਤਾਰ ਦੇ ਵਿੱਚ ਜਿਹੜੀ ਵੱਜੀ ਹੋਈ ਹੈ, ਉਹਦੇ ਵਿੱਚ ਇੱਕ ਬ੍ਰੇਕ ਦੀ ਲੋੜ ਆ। ਤੇ ਉਹ ਬ੍ਰੇਕ ਜਿਹੜੀ ਹੈ ਮੈਨੂੰ ਲੱਗਦਾ ਕਿ ਉਹ ਇਸ ਬਹਾਨੇ ਦੇ ਰੂਪ ਵਿੱਚ ਫਿਰ ਹੁਣ ਸੱਸ ਨੂੰ ਕੌਣ ਮਨਾਵੇ? ਸੱਸ ਨੂੰ ਮਨਾਉਣਾ ਤੇ ਸਭ ਤੋਂ ਵੱਡਾ ਕੰਮ ਜਿਹੜਾ ਸੀਗਾ ਕਿ ਉਹ ਵੀ 1 ਮਹੀਨੇ ਦੇ ਲਈ, ਤਾਂ ਫਿਰ ਉਹਦੇ ਲਈ ਡਰ ਪਾਉਣਾ ਜ਼ਰੂਰੀ ਸੀ। ਸੱਸ ਨੂੰ ਮਨਾਉਣ ਦੇ ਲਈ ਡਰ ਪਾਉਣਾ ਜ਼ਰੂਰੀ ਸੀਗਾ। ਤਾਂ ਇਹ ਡਰ ਫਿਰ ਇਹੀ ਸੀਗਾ ਕਿ ਜੇ ਸਾਉਣ ਮਹੀਨੇ ਦੇ ਵਿੱਚ ਨੂੰਹ ਸੱਸ ਇੱਕ ਦੂਸਰੇ ਦੇ ਮੱਥੇ ਲੱਗਣਗੀਆਂ, ਜੇ ਸਾਹਮਣੇ ਹੋਣਗੀਆਂ, ਤੇ ਸੱਸ ਦਾ ਨੁਕਸਾਨ ਹੋ ਸਕਦਾ। ਤੇ ਸੱਸ ਨੇ ਕਹਿਣਾ ਛੇਤੀ ਤੇ ਚਲੇ ਜਾ, ਸੱਸ ਨੂੰ ਤੇ ਆਪਣੀ ਜਾਨ ਪਿਆਰੀ, ਤਾਂ ਫਿਰ ਉਹਨੇ ਤੇ ਮਤਲਬ ਹੱਸ ਕੇ ਤੋਰਨਾ ਆ ਜੀ, ਹੈਨਾ। ਤਾਂ ਇਹ ਇੱਕ ਹੈਗਾ ਸੀਗਾ ਕਿ ਜਿਹੜਾ ਲੰਬੇ ਸਮੇਂ ਤੋਂ ਧੀਆਂ ਆਪਣੇ ਮਾਂ-ਬਾਪ ਤੋਂ, ਭੈਣ ਭਰਾਵਾਂ ਤੋਂ ਦੂਰ ਰਹਿੰਦੀਆਂ ਸੀ, ਤੇ ਫਿਰ 1 ਮਹੀਨਾ ਇੱਕ ਬਹਾਨਾ ਚੁਣ ਲਿਆ ਗਿਆ ਸੀ। ਸੋਹਣਾ ਮੌਸਮ ਆ, ਇਸ ਮੌਸਮ ਦੇ ਵਿੱਚ ਅੰਦਰੋਂ ਮਨ ਦੇ ਅੰਦਰ ਜਿਹੜੇ ਆ ਭਾਵ ਉੱਠਦੇ ਆ, ਵਲਵਲੇ ਉੱਠਦੇ ਆ, ਗੀਤ ਫੁੱਟਦੇ ਆ ਮਨ ਦੇ ਵਿੱਚੋਂ, ਕਵਿਤਾ ਫੁੱਟਦੀ ਏ, ਤੇ ਫਿਰ ਉਹਨੇ ਉਹ ਕਵਿਤਾ ਕਿਹਦੇ ਨਾਲ ਸਾਂਝੀ ਕਰਨੀ ਹੈ? ਬਚਪਨ ਦੀਆਂ ਸਹੇਲੀਆਂ ਦੇ ਨਾਲ। ਫਿਰ ਉਹ ਇੱਕ ਬਹਾਨਾ ਹੈ ਕਿ ਫਿਰ ਉਹ ਸਾਰੀਆਂ ਬਚਪਨ ਦੀਆਂ ਸਹੇਲੀਆਂ ਜਿਹੜੀਆਂ ਆਪਣੇ ਸਹੁਰੇ ਪਹੁੰਚ ਗਈਆਂ, ਉਹ ਇੱਕ ਜਗ੍ਹਾ ਤੇ ਆ ਕੇ ਇਕੱਠੀਆਂ ਹੁੰਦੀਆਂ। ਵਾਹ, ਨਾ ਵਾਹ। ਤਾਂ ਮਤਲਬ ਇਹ ਇੱਕ ਬਹਾਨਾ ਹੀ ਸੀ, ਬਹਾਨਾ ਹੀ ਸੀ ਤਰੀਕੇ ਦਾ, ਸਹੇਲੀਆਂ ਦੇ ਨਾਲ ਮੇਲ ਜੋਲ ਦਾ ਇੱਕ ਬਹਾਨਾ। ਆਮ ਤੌਰ ਤੇ ਸੁਣਨ ਚ ਆਉਂਦਾ ਹੈ ਕਿ ਤੀਆਂ ਤੇ ਗਿੱਧਾ ਪੈਂਦਾ, ਚਰਖੇ ਜਿਹੜੇ ਆ ਕੱਤੇ ਜਾਂਦੇ ਆ। ਅਸੀਂ ਇਹ ਚੀਜ਼ਾਂ ਸ਼ੁਰੂ ਤੋਂ ਇੱਕ ਕਹਿ ਲਓ ਕਿ ਤਸਵੀਰ ਸਾਡੇ ਦਿਮਾਗ ਦੇ ਵਿੱਚ ਉਕੇਰੀ ਹੋਈ ਹੈ, ਲੋਕਾਂ ਨੇ ਸਿਰਜੀ ਹੋਈ ਹੈ ਕਿ ਅਸੀਂ ਵੀ ਗਾਂ ਉਸੇ ਚੀਜ਼ ਨੂੰ ਸਿੱਖਦੇ ਆਏ ਹਾਂ। ਪਰ ਜਦੋਂ ਤੁਸੀਂ ਇਸ ਵਿਸ਼ੇ ਦੇ ਅੰਦਰ ਜਾਂਦੇ ਹੋ, ਪੜ੍ਹਦੇ ਹੋ, ਫਿਰ ਇੱਕ ਬੱਲੋਂ ਅੱਖਰ ਨਿਕਲ ਕੇ ਆਉਂਦਾ ਹੈ। ਇਹ ਬੱਲੋਂ ਪੈਣੀ ਮਤਲਬ ਬੱਲੋਂ ਦਾ ਸੰਬੰਧ ਜਿਹੜਾ ਹੈ ਨਾ ਉਹ ਧੀਆਂ ਦੇ ਨਾਲ ਆ।
ਸਿਰਫ ਤੀਆਂ ਤੇ ਬੱਲੋ ਪੈਂਦੀ ਹੈ। ਓਕੇ। ਤੇ ਤੀਆਂ ਤੇ ਵੀ ਬੱਲੋ ਉਦੋਂ ਪੈਂਦੀ ਹੈ ਜਦੋਂ ਤੀਆਂ ਦੀ ਸਮਾਪਤੀ ਹੋਣੀ ਹੈ। ਅੱਛਾ। ਸਮਾਪਤੀ ਦੇ ਵੇਲੇ ਬੱਲੋ ਦੇ ਨਾਲ ਸਮਾਪਤੀ ਹੁੰਦੀ ਹੈ ਜੀ। ਤੋ ਬੱਲੋ ਦੇ ਵਿੱਚ ਕੀ ਹੈ, ਇਹ ਇੱਕ ਗਿੱਧੇ ਦਾ ਰੂਪ ਆ ਜਿਹਦੇ ਵਿੱਚ ਇੱਕ ਲੰਬੀ ਬੋਲੀ ਜਿਹੜੀ ਉਹ ਪਾਈ ਜਾਂਦੀ ਹੈ, ਬੱਲੋ ਪੈਂਦੀ ਹੈ ਵੇ ਲੰਬੜਦਾਰਾ ਬੱਲੋ ਬੱਲੋ, ਹੈ ਨਾ। ਤੋ ਇੱਕ ਖਾਸ ਰਿਦਮ ਦੇ ਵਿੱਚ, ਲੈ ਦੇ ਵਿੱਚ ਇਸ ਬੋਲੀ ਨੂੰ ਜਿਹੜਾ ਆ ਉਹ ਪਾ ਕੇ ਬੱਲੋ ਜਿਹੜੀ ਉਹ ਖੇਡੀ ਜਾਂਦੀ ਹੈ ਨਾ। ਉਹਦੇ ਵਿੱਚ ਫਿਰ ਉਹ ਕੀ ਕਰਦੇ ਆ ਕਿ ਜਿਹੜੀਆਂ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋਈਆਂ ਆ, ਉਹ ਆਪਸ ਵਿੱਚ 2 ਗਰੁੱਪ ਬਣਾ ਲੈਂਦੇ ਆ। ਫਿਰ ਉਹਨਾਂ 2 ਜਿੱਦਾਂ ਨਾ ਹੁਣ ਦੇ ਅਸੀਂ ਕਹਿ ਦਿੰਦੇ ਆ ਕਲੋਨੀ ਹੈ, ਹੈਨਾ, ਆ ਗਲੀ ਹੈ, ਇੰਨੇ ਨੰਬਰ ਲੇਨ ਆ। ਪਿੰਡਾਂ ਦੇ ਵਿੱਚ ਤੇ ਉਹ ਨਹੀਂ ਸੀ, ਪੱਤੀਆਂ ਹੁੰਦੀਆਂ ਸੀ, ਹੈਨਾ। ਤੋ ਵੱਖਰੀਆਂ ਵੱਖਰੀਆਂ ਪੱਤੀਆਂ ਦੇ ਟੋਲੇ ਬਣ ਜਾਂਦੇ ਸੀ ਕੁੜੀਆਂ ਦੇ। ਉਹ ਟੋਲੇ ਫਿਰ ਆਪਸ ਦੇ ਵਿੱਚ ਜਦੋਂ ਬੋਲੀਆਂ ਪਾਉਂਦਿਆਂ ਉਹਨਾਂ ਦਾ ਇੱਕ ਕਿਸਮ ਦਾ ਮੁਕਾਬਲਾ ਸ਼ੁਰੂ ਹੋ ਜਾਂਦਾ ਸੀ ਕਿ ਕਿਹੜੇ ਟੋਲੇ ਨੇ ਦੂਸਰੇ ਟੋਲੇ ਦੀ ਕੁੜੀ ਨੂੰ ਆਪਣੇ ਵੱਲ ਖਿੱਚ ਲਿਆਉਣਾ, ਹੈਨਾ। ਉਹ ਹੁਣ ਜਦੋਂ ਉਹ ਇੱਕ ਟੋਲੇ ਦੀ ਕੁੜੀ ਨੇ ਦੂਸਰੇ ਟੋਲੇ ਦੀ ਕੁੜੀ ਨੂੰ ਜ਼ਬਰਦਸਤੀ ਜ਼ੋਰ ਦੇ ਨਾਲ ਖਿੱਚ ਕੇ ਆਪਣੇ ਵਿੱਚ ਆਪਣੀ ਪੱਤੀ 'ਚ ਸ਼ਾਮਲ ਕਰ ਲੈਣਾ। ਉਹ ਪੱਤੀ 'ਚ ਸ਼ਾਮਲ ਕਰਨ ਦਾ ਮਤਲਬ ਕੀ ਹੈ ਕਿ ਫਿਰ ਜਿੰਨੇ ਸ਼ਾਮਲ ਕਰ ਲਿਆ ਉਸ ਟੋਲੇ ਦੇ ਵਿੱਚੋਂ ਇੱਕ ਮੁੰਡਾ ਬਣੇਗਾ। ਜਿਹੜੀ ਕੁੜੀ ਨੂੰ ਦੂਸਰੀ ਪੱਤੀ ਦੇ ਵਿੱਚੋਂ ਲਿਆਂਦਾ ਉਹਦੇ ਨਾਲ ਉਹਦਾ ਵਿਆਹ ਕੀਤਾ ਜਾਏਗਾ ਤੇ ਫਿਰ ਉਹ ਵਿਆਹ ਰਚਾਉਂਦੇ ਸੀ। ਮਤਲਬ ਇਹ ਕਿਸਮ ਦਾ ਕਿ ਦੂਸਰੀ ਪੱਤੀ ਦੀ ਕੁੜੀ ਅਸੀਂ ਲੈਣ ਦੀ, ਇਹਨੂੰ ਹੁਣ ਵਿਆਹ ਕੇ ਪੱਤੀ ਨੂੰ ਅਸੀਂ ਗਰੁੱਪ ਵੀ ਕਹਿ ਸਕਦੇ ਹਾਂ, ਮੁਹੱਲਾ ਏਰੀਆ ਜਿੱਦਾਂ, ਹਨਾ। ਤੋ ਉਹ ਫਿਰ ਉਸ ਪੱਤੀ ਦੀ ਕੁੜੀ ਅਸੀਂ ਹੁਣ ਆਪਣੀ ਪੱਤੀ ਦੇ ਵਿੱਚ ਲੈ ਆਂਦੀ, ਇਹਨੂੰ ਹੁਣ ਅਸੀਂ ਆਪਣੇ ਵਿੱਚ ਮਿਲਾਉਣਾ ਹੈ। ਤੋ ਇੱਕ ਵਿਆਹ ਦਾ ਸਵਾਂਗ ਜਿਹੜਾ ਸੀ ਉਹ ਰਚਿਆ ਜਾਂਦਾ ਸੀ ਤੇ ਉਹ ਕੁੜੀ ਤੇ ਮੁੰਡੇ ਦਾ ਵਿਆਹ ਜਿਹੜਾ ਉਹ ਕੀਤਾ ਜਾਂਦਾ ਸੀ। ਤੇ ਇਹ ਇੱਕ ਬੜਾ ਮਤਲਬ ਬੱਲੋ ਦੇ ਵਿੱਚ ਜਿੱਤਣਾ ਜਿਹੜਾ ਨਾ ਇੱਕ ਬੜਾ ਵਕਾਰੀ ਮਸਲਾ ਹੁੰਦਾ ਸੀਗਾ ਕਿ ਕਿਉਂਕਿ ਫਿਰ ਇਹ ਉਹਦੀ ਬੜੀ ਬੱਲੇ ਬੱਲੇ ਹੁੰਦੀ ਸੀ ਪਿੰਡ ਦੇ ਵਿੱਚ ਕਿ ਫਲਾਣੀ ਪੱਤੀ ਜਿਹੜੀ ਉਹਨੇ ਬੱਲੋ ਜਿੱਤ ਲਈ ਹੈ ਨਾ। ਤਾਂ ਫਿਰ ਉਹਦੇ 'ਚ ਕੀ ਹੁੰਦਾ ਸੀਗਾ ਕਿ ਫਿਰ ਜਿੰਨੇ ਜਿਹੜਾ ਜਿੱਤ ਗਿਆ ਆ, ਅਗਲੇ ਸਾਲ ਤੀਆਂ ਦੇ ਵੇਲੇ ਸਭ ਤੋਂ ਪਹਿਲਾਂ ਪੀਂਘਾਂ ਪਾਉਣ ਦੀ ਪਹਿਲ ਜਿਹੜੀ ਉਹਨਾਂ ਦੀ ਹੋਈ, ਜਿਹਨੇ ਬੱਲੋ ਜਿੱਤਣੀ, ਜਿਹਨੇ ਪਿਛਲੇ ਤੀਆਂ 'ਚ ਬੱਲੋ ਜਿੱਤ ਲਈ। ਵਾਹ। ਤਾਂ ਇਹ ਬੱਲੋ ਜਿਹੜੀ ਹੈ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ, ਬਹੁਤ ਘੱਟ। ਹੁਣ ਤਾਂ ਡੀਜੇ ਦੇਖਣ ਨੂੰ ਮਿਲਦਾ, ਡੀਜੇ ਮਿਲਦਾ ਆ। ਪਰ ਬੱਲੋ ਜਿਹੜੀ ਹੈ ਉਹ ਇੱਕ ਤੀਆਂ ਦੇ ਨਾਲ ਹੀ ਜੁੜਿਆ ਜਿਹੜਾ ਉਹ ਇੱਕ ਗਿੱਧੇ ਦਾ ਸਵਾਂਗ ਹੈ। ਬੜੀ ਬੜੀ ਵੱਖਰੀ ਚੀਜ਼ ਹੈ ਜੋ ਮੈਨੂੰ ਵੀ ਇਹਨਾਂ ਤੋਂ ਹੀ ਸਿੱਖਣ ਨੂੰ ਮਿਲੀ ਹੈ। ਤੇ ਇੱਕ ਚੀਜ਼ ਹੋਰ ਹੈ ਕਿ ਤ੍ਰਿੰਝਣ, ਅਸੀਂ ਚਾਹੇ ਯੂਥ ਫੈਸਟੀਵਲਸ ਦੀ ਗੱਲ ਕਰੀਏ ਜਾਂ ਕਿਤੇ ਵੀ ਤੀਆਂ ਨੂੰ ਅਸੀਂ ਰਿਪਰੈਜ਼ੈਂਟ ਕਰਨਾ ਹੋਵੇ, ਤ੍ਰਿੰਝਣ ਦਾ ਬੜਾ ਖਾਸ ਮਹੱਤਵ ਮੰਨਿਆ ਜਾਂਦਾ ਹੈ। ਤ੍ਰਿੰਝਣ ਕਹਿੰਦੇ ਨੇ ਕਿ ਲੱਗਦੇ ਹੀ ਤੀਆਂ ਦੇ ਉੱਤੇ ਹੁੰਦੇ ਆ। ਇਹ 'ਚ ਕਿੰਨੀ ਕੁ ਸੱਚਾਈ ਹੈ ਕਿ ਅੱਗੇ ਪਿੱਛੇ ਤ੍ਰਿੰਝਣ ਨਹੀਂ ਲਾ ਸਕਦੇ ਆਪਾਂ, ਜਾਂ ਤ੍ਰਿੰਝਣ ਨੂੰ ਤੀਆਂ ਨਾਲ ਜੋੜਨਾ? ਨਹੀਂ, ਤੀਆਂ ਤੇ ਤ੍ਰਿੰਝਣ ਦੋਵੇਂ ਬਿਲਕੁਲ ਵੱਖਰੇ ਵੱਖਰੇ ਆ। ਤ੍ਰਿੰਝਣ ਦਾ ਸੰਬੰਧ ਹੈਗਾ ਗੀਤਾਂ ਦੇ ਨਾਲ, ਓਕੇ। ਤੀਆਂ ਦਾ ਸੰਬੰਧ ਹੈਗਾ ਗਿੱਧੇ ਦੇ ਨਾਲ, ਠੀਕ ਹੈ। ਤੋ ਤ੍ਰਿੰਝਣ ਜਿਹੜਾ ਲੱਗਦਾ ਸੀ ਨਾ, ਉਹਦਾ ਇੱਕ ਖਾਸ ਮਕਸਦ ਸੀਗਾ। ਉਹਦਾ ਮਕਸਦ ਕੀ ਸੀਗਾ ਕਿ ਪਿੰਡਾਂ ਦੇ ਵਿੱਚ ਔਰਤਾਂ ਜਦੋਂ ਘਰ ਦੇ ਕੰਮਕਾਜ ਕਰਕੇ ਵਿਹਲੀਆਂ ਹੋ ਜਾਂਦੀਆਂ ਸੀ ਤੇ ਸਿਆਣੀਆਂ ਔਰਤਾਂ ਕੋਈ ਇੱਕ ਘਰ ਦਾ ਖੁੱਲਾ ਵਿਹੜਾ ਵੇਖ ਕੇ, ਕੋਈ ਜਗ੍ਹਾ ਵੇਖ ਕੇ ਉਹ ਉੱਥੇ ਇਕੱਠੀਆਂ ਹੁੰਦੀਆਂ ਸੀ ਆਪਣੇ ਚਰਖੇ ਲੈ ਕੇ, ਹਨਾ। ਕੱਤਣ ਦਾ, ਤੁੰਬਣ ਦਾ ਸਾਰਾ ਕੰਮ ਲੈ ਕੇ, ਕਢਾਈ ਦਾ, ਕਿਸੇ ਨੇ ਚਾਦਰਾਂ ਕੱਢਣੀਆਂ, ਕਿਸੇ ਨੇ ਪੱਖੀਆਂ ਬਣਾਉਣੀਆਂ ਆ ਜਾਂ ਜੋ ਵੀ ਸੀਗਾ। ਤੋ ਉਹ ਸਾਰੀਆਂ ਔਰਤਾਂ ਉੱਥੇ ਇਕੱਠੀਆਂ ਹੁੰਦੀਆਂ ਸੀ ਤੇ ਕੁੜੀਆਂ ਵੀ, ਅਣਵਿਆਹੀਆਂ ਕੁੜੀਆਂ ਵੀ ਉੱਥੇ ਇਕੱਠੀਆਂ ਹੁੰਦੀਆਂ ਸੀ। ਹੁਣ ਉਹ ਜਾਂ ਫਿਰ ਜਿਹੜੀਆਂ ਨੂੰਹਾਂ ਸੀ, ਵਿਆਹ ਕੇ ਆ ਗਈਆਂ ਨੂੰਹਾਂ, ਉਹ ਵੀ ਉੱਥੇ ਬੈਠਦੀਆਂ ਸੀ। ਤਾਂ ਉੱਥੇ ਕੱਤਣ ਤੁੰਬਣ ਦਾ ਕੰਮ ਜਿਹੜਾ ਹੁੰਦਾ ਸੀ ਨਾ, ਉਹਦਾ ਇੱਕ ਮਕਸਦ ਸੀਗਾ। ਉਹ ਕੀ ਸੀਗਾ? ਕੁੜੀਆਂ ਨੂੰ ਹੱਥ ਦੀ ਕਲਾ ਸਿਖਾਉਣੀ, ਹੈ ਨਾ। ਹੱਥ ਦੀ ਔਰਤਾਂ ਨੂੰ, ਮਤਲਬ ਉਹ ਜਿਹੜੀਆਂ ਔਰਤਾਂ ਸੀ ਉਹ ਕੁੜੀਆਂ ਨੂੰ ਹਸਤ ਕਲਾ ਸਿਖਾਉਂਦੀਆਂ ਸੀਗੀਆਂ ਤਾਂ ਕਿ ਉਹ ਇੱਕ ਸੁਚੱਜੀ ਔਰਤ ਬਣ ਸਕਣ, ਸੁਚੱਜੀ ਕੁੜੀ ਬਣ ਸਕਣ ਤੇ ਐਸਥੈਟਿਕ ਸੈਂਸ ਜਿਹੜੀ ਉਹਨਾਂ ਦੇ ਵਿੱਚ ਪੈਦਾ ਹੋ ਸਕੇ। ਕਿਉਂਕਿ ਉਸ ਵੇਲੇ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਸਾਰਾ ਕੱਪੜਾ ਲੀੜਾ ਜੋ ਵੀ ਸੀ ਘਰ ਦਾ ਬਣਿਆ ਹੁੰਦਾ ਸੀ, ਬਿਲਕੁਲ, ਹੈ ਨਾ। ਤਾਂ ਉਹ ਤ੍ਰਿੰਝਣ ਦੇ ਵਿੱਚੋਂ ਹੀ ਨਿਕਲਦਾ ਸੀ। ਤਾਂ ਉਸ ਤ੍ਰਿੰਝਣ ਦਾ ਮਕਸਦ ਸੀਗਾ ਅਣਵਿਆਹੀਆਂ ਕੁੜੀਆਂ ਨੂੰ ਸੱਦ ਕੇ ਸਿਖਾਉਣਾ ਤੇ ਉਹ ਆਪਣਾ ਦਾਜ ਤਿਆਰ ਕਰਦੀਆਂ ਸੀ, ਅਗਲੇ ਘਰ ਜਾਣ ਦੇ ਲਈ ਦਾਜ ਤਿਆਰ ਕਰਦੀਆਂ ਸੀ, ਹੈ ਨਾ। ਤੋ ਉੱਥੇ ਫਿਰ ਜਿਹੜਾ ਤ੍ਰਿੰਝਣ ਦੇ ਵਿੱਚ ਤੁਸੀਂ ਵੇਖੋ ਜਦੋਂ ਚਰਖਾ ਚੱਲਦਾ ਆ, ਉਹ ਕੱਤਦੀਆਂ ਤੇ ਉਹਦਾ ਇੱਕ ਸੰਗੀਤ ਪੈਦਾ ਹੁੰਦਾ, ਘੂੰ ਘੂੰ ਦੀ, ਹੈ ਨਾ, ਉਹਦੀ ਆਵਾਜ਼ ਜਿਹੜੀ, ਉਹ ਜਿਹੜੀ ਆਵਾਜ਼ ਆ ਜਾਂ ਉਹ ਜਿਹੜਾ ਸੰਗੀਤ ਆ, ਉਹ ਗੀਤਾਂ ਨੂੰ ਪੈਦਾ ਕਰਦਾ ਸੀ। ਉਹਦੇ ਵਿੱਚ ਬਹੁਤ ਸਾਰੇ ਲੋਕ ਗੀਤ ਜਿਹੜੇ ਆ ਉਹ ਉਸ ਤ੍ਰਿੰਝਣ ਦੇ ਵਿੱਚੋਂ ਪੈਦਾ ਹੁੰਦੇ ਸੀ। ਜਿਹੜੀਆਂ ਨੂੰਹਾਂ ਸੀ ਉਹ ਆਪਣੇ ਮਨ ਦੀ ਗੱਲ ਸੱਸ ਨੂੰ ਜਿਹੜੀ ਸਿੱਧੀ ਨਹੀਂ ਕਹਿ ਸਕਦੀਆਂ ਸੀ,
ਗੀਤ ਦੇ ਰੂਪ ਵਿੱਚ ਉੱਥੇ ਕਹਿੰਦੀਆਂ ਸੀ। ਹੂੰ ਸੱਸ ਨੂੰ ਜੋ ਸਿੱਧਾ ਨਹੀਂ ਕਹਿ ਸਕਦੀ ਸੀ ਕਿਉਂਕਿ ਉਹਦਾ ਗੁੱਸਾ ਵੀ ਨਹੀਂ ਕੀਤਾ ਜਾਂਦਾ ਸੀ, ਉਹ ਸਿਰਜਿਆ ਜਾ ਰਿਹਾ ਸੀ, ਉਹ ਲੋਕ ਸਾਹਿਤ ਉਸ ਵੇਲੇ ਸਿਰਜਿਆ ਜਾ ਰਿਹਾ ਸੀ, ਤਾਂ ਕੋਈ ਗੁੱਸਾ ਵੀ ਨਹੀਂ ਕਰਦਾ ਸੀ। ਜਿਹੜੀਆਂ ਜਵਾਨ ਕੁੜੀਆਂ ਸੀ ਉਹ ਰੁਮਾਲ ਕੱਢਦੀਆਂ, ਕਸੀਦਾਕਾਰੀ ਕੱਢਦੀਆਂ, ਆਪਣੇ ਮਨ ਦੇ ਵਿੱਚ ਆਪਣੇ ਮਾਹੀ ਨੂੰ ਚੇਤੇ ਕਰਦੀਆਂ, ਉਦਾਂ ਦੇ ਗੀਤ ਜਿਹੜੇ ਆ ਉਹ ਗਾਉਂਦੀਆਂ ਸੀ। ਤਾਂ ਉਹ ਤਰਿੰਜਣ ਜਿਹੜਾ ਹੈ ਨਾ ਉਹ ਇੱਕ ਤੀਆਂ ਦੇ ਨਾਲੋਂ ਵੱਖਰੀ ਚੀਜ਼ ਆ। ਉਹਦਾ ਮਕਸਦ ਹੋ ਰਿਹਾ, ਤੀਆਂ ਦਾ ਜਿਹੜਾ ਮਨੋਰਥ ਸੀ ਉਹ ਹੋ ਰਿਹਾ। ਹੁਣ ਗੱਲ ਕਰਦੇ ਆ ਅੱਜ ਕੱਲ ਦੀਆਂ ਤੀਆਂ ਦੀ। ਤੀਆਂ ਪਿੰਡਾਂ ਦੇ ਵਿੱਚੋਂ ਨਿਕਲ ਕੇ ਸ਼ਹਿਰਾਂ 'ਚ ਪਹੁੰਚੀਆਂ, ਸ਼ਹਿਰਾਂ ਦੇ ਹੋਟਲਾਂ ਦੇ ਵਿੱਚ ਸਮਾ ਗਈਆਂ, ਦਰਖਤਾਂ ਦੇ ਥੱਲਿਓ ਤੀਆਂ ਦਾ ਬਾਜ਼ਾਰੀਕਰਨ ਹੋ ਗਿਆ। ਕੀ ਕਹੋਗੇ? ਕੱਲਾ ਤੀਆਂ ਦਾ ਬਾਜ਼ਾਰੀਕਰਨ ਨਹੀਂ ਹੋਇਆ, ਬਾਜ਼ਾਰੀਕਰਨ ਦਾ ਯੁੱਗ ਆ ਗਿਆ ਹੈ ਨਾ। ਹੁਣ ਉਹਦੇ ਕਈ ਕਾਰਨ ਆ ਵਰੁਣ ਮੇਰੇ ਹਿਸਾਬ ਦੇ ਨਾਲ। ਜੇ ਮੈਂ ਹੁਣ ਇਹ ਕਹਾਂ ਕਿ ਵੇਖੋ ਛੋਟਾ ਬੱਚਾ ਆ, ਛੋਟੇ ਬੱਚੇ ਨੂੰ ਜਦੋਂ ਅਸੀਂ ਸਕੂਲ ਦੇ ਵਿੱਚ ਧੁੱਪ 'ਚ ਖੜਿਆਂ ਕਰਕੇ ਇਹ ਉਹਨੂੰ ਸਿਖਾਉਂਦੇ ਆ, ਰੇਨ ਰੇਨ ਗੋ ਅਵੇ, ਕਮ ਅਗੇਨ ਅਨਦਰ ਡੇ, ਲਿਟਲ ਜੋਨੀ ਵਾਂਟਸ ਟੂ ਪਲੇ, ਇਹ ਅਸੀਂ ਉਹਨੂੰ ਪੜ੍ਹਾ ਰਹੇ ਹਾਂ। ਇਹ ਤੇ ਸਾਡਾ ਸੱਭਿਆਚਾਰ ਨਹੀਂ ਹੈ, ਇਹ ਤੇ ਸਾਡੀ ਮੰਗ ਨਹੀਂ ਆ। ਸਾਡਾ ਕੀ ਹੈ? ਰੱਬਾ ਰੱਬਾ ਮੀਂਹ ਬਰਸਾ, ਸਾਡੀ ਕੋਠੀ ਦਾਣੇ ਪਾ। ਕਿਉਂਕਿ ਸਾਡਾ ਤੇ ਸਾਰਾ ਕੁਝ ਜਿਹੜਾ ਹੈ ਉਹ ਬਰਸਾਤ ਦੇ ਮੀਂਹਾਂ ਦੇ ਨਾਲ ਜੁੜਿਆ, ਪਾਣੀ ਦੇ ਨਾਲ ਜੁੜਿਆ, ਸਾਡੀ ਫਸਲ ਉਹਦੇ ਦੇ ਨਾਲ ਜੁੜੀ ਹੈ ਹੈਨਾ। ਤੇ ਅਸੀਂ ਬੱਚੇ ਨੂੰ ਕਹਿ ਰਹੇ ਹਾਂ ਕਿ ਤੂੰ ਰੇਨ ਰੇਨ ਗੋ ਅਵੇ ਜਿਹੜਾ ਹੈ ਉਹ ਯਾਦ ਕਰ, ਹੈਨਾ। ਤਾਂ ਇੱਥੋਂ ਹੀ ਅਸੀਂ ਗਲਤ ਹੋ ਜਾਂਦੇ ਹਾਂ ਬਾਜ਼ਾਰੀਕਰਨ ਤੇ। ਇੱਥੋਂ ਹੀ ਫਿਰ ਅਸੀਂ ਜਦੋਂ ਜਿਹੜੀ ਸਾਡੀ ਜਨਰੇਸ਼ਨ ਆ ਜਿਹਦੇ ਤੇ ਅਸੀਂ ਕਹਿੰਦੇ ਆ ਕਿ ਬਾਜ਼ਾਰੀਕਰਨ ਦੇ ਵਿੱਚ ਪੈ ਗਏ ਆ, ਹੋਟਲਾਂ ਦੇ ਵਿੱਚ ਤੀਆਂ ਚਲੀ ਗਈਆਂ, ਤਾਂ ਇਹ ਬੜੇ ਕਾਰਨ ਨੇ ਜਿਨ੍ਹਾਂ ਨੂੰ ਸਮਝਣ ਦੀ ਲੋੜ ਆ, ਹੈਨਾ। ਤਾਂ ਉਹ ਜਦੋਂ ਬੱਚੇ ਦੇ ਨੂੰ ਅਸੀਂ ਉੱਥੋਂ ਹੀ ਉਹਦੇ ਕੋਮਲ ਮਨ ਦੇ ਵਿੱਚ ਇਹ ਸਾਰਾ ਕੁਝ ਉਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਤੇ ਇਹ ਜਿਹੜਾ ਸੁਭਾਵਿਕ ਹੈ ਹੈਨਾ। ਤਾਂ ਬਾਕੀ ਇੱਕ ਗੱਲ ਇਹ ਵੀ ਹੈ ਕਿ ਵੇਖੋ ਕੁਦਰਤ ਦਾ ਨਿਯਮ ਆ ਵਿਕਾਸ, ਵਧਣਾ, ਅੱਗੇ ਚੱਲਣਾ। ਤਾਂ ਇਹ ਜਿਹੜੇ ਤਿਉਹਾਰ ਨੇ ਇਹਨਾਂ ਨੇ ਵਿਕਾਸ ਦੇ ਨਾਲ ਆਪਣੇ ਰੂਪ ਬਦਲਨੇ ਆ, ਇਹਨਾਂ ਦੇ ਰੂਪ ਬਦਲਦੇ ਰਹਿਣੇ ਆ, ਔਰ ਇਹ ਸਾਨੂੰ ਸਵੀਕਾਰ ਵੀ ਕਰ ਲੈਣੇ ਚਾਹੀਦੇ ਆ। ਕਿਉਂਕਿ ਹੁਣ ਦੀ ਟੈਕਨੋਲੋਜੀ ਤੇ ਜਿਸ ਪੀੜ੍ਹੀ ਨੂੰ ਅਸੀਂ ਜਾਣਦੇ ਆ, ਇੱਕ ਪੀੜ੍ਹੀ ਅਸੀਂ ਬੈਠੇ ਆ, ਇੱਕ ਪੀੜ੍ਹੀ ਸਾਡੇ ਸਾਹਮਣੇ ਆ, ਤਾਂ ਇਹ ਬਦਲਾਅ ਤੇ ਆਉਣਾ ਹੈ। ਪਰ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਇਦਾਂ ਦੇ ਜਿਹੜੇ ਫੰਕਸ਼ਨ ਕਰਾਏ ਜਾਂਦੇ ਉਹ ਸੱਭਿਆਚਾਰ ਨੂੰ ਸੰਭਾਲਣ ਲਈ ਕਰਾਏ ਜਾਂਦੇ, ਅਸੀਂ ਸੱਭਿਆਚਾਰ ਦੇ ਰੰਗ ਦੇਖਾਂਗੇ, ਜਦਕਿ ਉਹ ਤਾਂ ਸੱਭਿਆਚਾਰ ਦੇ ਰੰਗ ਨਹੀਂ ਹੋਏ। ਕਿਉਂਕਿ ਉਹ ਵੇਖੋ ਨਾ, ਸੱਭਿਆਚਾਰ ਜਿਹੜਾ ਹੈ ਨਾ ਉਹ ਇੱਕ ਬੜੀ ਸਹਿਜ ਪ੍ਰਕਿਰਿਆ ਆ। ਸਾਡੇ ਦਿਨ ਤਿਉਹਾਰ ਸਹਿਜ ਨੇ, ਸਾਡੇ ਅਵਚੇਤਨ 'ਚ ਬੈਠੇ ਨੇ, ਅਚੇਤ ਮਨ 'ਚ ਬੈਠੇ ਨੇ। ਤੇ ਜਦੋਂ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਕੇ ਪੇਸ਼ਕਾਰੀ ਦੇ ਰੂਪ ਦੇ ਵਿੱਚ ਸਟੇਜ ਤੇ ਲੈ ਕੇ ਆਵਾਂਗੇ, ਸਟੇਜ ਦਾ ਹਿੱਸਾ ਬਣਾ ਦਾਂਗੇ, ਮੁਕਾਬਲੇ ਦਾ ਹਿੱਸਾ ਬਣਾ ਦਾਂਗੇ, ਉਹਨੂੰ ਪ੍ਰੋਫੈਸ਼ਨਲ ਬਣਾ ਦਾਂਗੇ ਕਿ ਉਹਨੂੰ ਤਿਆਰ ਵੀ ਪ੍ਰੋਫੈਸ਼ਨਲ ਕਰਵਾਉਣਗੇ ਆ ਕੇ, ਸਾਰਾ ਕੁਝ ਇੱਕ ਸੈੱਟ ਲਾ ਦਾਂਗੇ ਕਿ ਤੀਆਂ ਦੇ ਵਿੱਚ ਇੱਕ ਪਾਸੇ ਚਰਖੇ ਰੱਖ ਦਿੱਤੇ ਆ, ਇੱਕ ਪਾਸੇ ਪੱਖੀਆਂ ਰੱਖ ਦਿੱਤੀਆਂ, ਜਦ ਕਿ ਜਿਹੜਾ ਪ੍ਰੋਫੈਸ਼ਨਲ ਉਹਨੂੰ ਵੀ ਨਹੀਂ ਪਤਾ ਕਿ ਇਹਦੀ ਰੂਹ ਕੀ ਹੈ, ਤੀਆਂ ਦੀ ਰੂਹ ਕੀ ਹੈ ਹੈਨਾ, ਇਹਦੀ ਮੰਗ ਕੀ ਹੈ। ਤਾਂ ਉਹ ਜਦੋਂ ਸਾਰਾ ਕੁਝ ਜਿਹੜਾ ਆ ਵਿਖਾਵੇ ਦੇ ਵਿੱਚ ਆ ਜਾਏਗਾ, ਇਹ ਸੋਚ ਕੇ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਹੈ, ਤੇ ਇਹ ਵੀ ਤੇ ਵੇਖਣ ਦੀ ਲੋੜ ਹੈ ਕਿ ਸੱਭਿਆਚਾਰ ਨੂੰ ਜਿਉਂਦਾ ਰੱਖਣ ਦਾ ਬੀੜਾ ਚੁੱਕਿਆ ਕਿਹਨਾਂ ਨੇ? ਉਹਨਾਂ ਨੂੰ ਸਮਝਿਆ। ਜੇ ਤੇ ਉਹਨਾਂ ਨੂੰ ਸਮਝਿਆ ਤੇ ਠੀਕ ਹੈ, ਤੇ ਸਮਝ ਜਦ ਕਿ ਉਹ ਪ੍ਰੋਫੈਸ਼ਨਲਸ ਨੇ, ਪੈਸਾ ਕਮਾਉਣ ਦੇ ਮਕਸਦ ਦੇ ਨਾਲ ਇਦਾਂ ਦੇ ਸੈੱਟ ਬਣਾ ਕੇ ਲਾ ਕੇ ਜਦੋਂ ਸਾਰੀ ਸੈਲੀਬ੍ਰੇਸ਼ਨ ਹੁੰਦੀ ਹੈ, ਤੇ ਫਿਰ ਇਦਾਂ ਦਾ ਰਲ ਗੱਡ ਤੇ ਆਉਣਾ ਆ, ਸੁਭਾਵਿਕ ਆ। ਉਹਨੂੰ ਅਸੀਂ ਬਿਲਕੁਲ ਉਸ ਰੂਹ ਦੇ ਨਾਲ, ਉਸ ਰੂਪ ਦੇ ਨਾਲ ਤੀਆਂ ਨੂੰ ਅਸੀਂ ਇਦਾਂ ਜਿਉਂਦਾ ਨਹੀਂ ਰੱਖ ਸਕਦੇ ਜਿਹੜਾ ਕਦੀ ਹੁੰਦਾ ਸੀ। ਉਹਦੇ ਬਹੁਤ ਸਾਰੇ ਕਾਰਨ ਆ ਜਿਹੜੀ ਆਪਾਂ ਗੱਲ ਵੀ ਕਰ ਚੁੱਕੇ ਹਾਂ। ਤਾਂ ਉਹ ਇਹ ਸਾਨੂੰ ਤਬਦੀਲੀ ਜਿਹੜੀ ਹੈ, ਭਾਵੇਂ ਅਸੀਂ ਖੁਸ਼ ਹੋ ਕੇ ਸਵੀਕਾਰ ਕਰੀਏ, ਭਾਵੇਂ ਅਸੀਂ ਥੋੜਾ ਜਿਹਾ ਅਸੀਂ ਹੁੰਨੇ ਆ, ਡਿਸਟਰਬ ਹੁੰਨੇ ਆ ਜਦੋਂ ਅਸੀਂ ਕਿਤੇ ਵੇਖਦੇ ਆ ਹੋਟਲ ਦੇ ਵਿੱਚ ਤੀਆਂ, ਹੋਟਲ ਤੇ ਤੀਆਂ, ਕੋਈ ਗੱਲ ਹੀ ਨਹੀਂ ਬਣਦੀ, ਨਹੀਂ ਬਣਦੀ ਨਾ, ਨਹੀਂ ਬਣਦੀ। ਕਿਉਂਕਿ ਹੁਣ ਪਿੰਡਾਂ ਦੇ ਵਿੱਚੋਂ ਜਿਹੜੇ ਆ ਲੋਕ ਸ਼ਹਿਰਾਂ ਵਿੱਚ ਆ ਰਹੇ ਆ, ਸ਼ਹਿਰਾਂ ਵਿੱਚ ਆ ਚੁੱਕੇ ਆ, ਤੇ ਫਿਰ ਉਹ ਸ਼ਹਿਰੀ ਕਿਸਮ ਦਾ ਜੀਵਨ ਹੀ ਜਿਹੜਾ ਨਾ ਉਹ ਹੋ ਗਿਆ। ਹੋਟਲ ਦੀ ਗੱਲ ਹੋਈ ਹੈ, ਮੈਂ ਤੁਹਾਨੂੰ ਦੱਸਦੀ ਹਾਂ, ਮੇਰੇ ਨਾਲ ਹੋ ਚੁੱਕਿਆ। ਮੈਂ ਕਿਤੇ ਜਾਂਦੀ ਹਾਂ ਤੇ ਉੱਥੇ ਤੰਬੋਲਾ ਖੜਾਇਆ ਜਾਂਦਾ ਤੀਆਂ ਦੇ ਉੱਤੇ। ਉਸ ਚੀਜ਼ ਨੂੰ ਮੈਂ ਲਿਖ ਕੇ ਆਪਣੀ ਜਿਹੜੀ ਆਈਡੀ ਹੈ ਉਹਦੇ ਤੇ ਸ਼ੇਅਰ ਕਰਦੀ ਹਾਂ ਕਿ ਸੱਚੀ ਸੱਭਿਆਚਾਰ ਦਾ ਹਿੱਸਾ ਕਿ ਮੈਨੂੰ ਨਹੀਂ ਪਤਾ ਲੱਗਿਆ। ਮੈਂ ਇੱਕ ਵਿਅੰਗ ਕੱਸਦੀ ਹਾਂ, ਥੱਲੇ ਮੈਨੂੰ ਇੱਕ ਕਮੈਂਟ ਆਉਂਦਾ ਹੈ ਕਿ ਤੂੰ ਤਾਂ ਤੰਬੋਲਾ ਦੇਖ ਕੇ ਆਈ ਤੀਆਂ ਤੇ ਮੈਂ ਤਾਂ ਡਾਂਡੀਆਂ ਖੇਡ ਹੁੰਦਾ ਦੇਖਿਆ। ਬਿਲਕੁਲ।
ਉਹੀ ਨਾ ਮਤਲਬ ਇਹ ਵੇਖੋ ਜਦੋਂ ਇਸ ਤੀਆਂ ਨੂੰ ਇਦਾਂ ਮਨਾਉਂਦੇ ਆ ਤੇ ਇਹ ਇੱਕ ਮਨੋਰੰਜਨ ਦਾ ਸਾਧਨ ਆ ਔਰਤਾਂ ਦਾ ਜਿਹਨੂੰ ਕਿੱਟੀ ਪਾਰਟੀ ਵਾਲੇ ਕਲਚਰ ਦੇ ਵਿੱਚ ਢਾਲ ਰਹੀਆਂ। ਤੁਹਾਨੂੰ ਇਹ ਜਾਇਜ਼ ਲੱਗਦਾ? ਜਾਇਜ਼ ਨਹੀਂ ਲੱਗਦਾ, ਪਰ ਕੋਈ ਹੋਰ ਰਸਤਾ ਵੀ ਨਹੀਂ ਆ। ਮਤਲਬ ਤੁਸੀਂ ਇਦਾਂ ਦੇ ਤੀਆਂ ਦੇ ਤਿਉਹਾਰ ਦੀ ਰੂਹ ਜਿਹੜੀ ਏ ਉਹਨੂੰ ਕਿੱਦਾਂ ਲੈ ਕੇ ਆਓਗੇ ਸ਼ਹਿਰ ਦੇ ਵਿੱਚ? ਕਿੱਦਾਂ ਉਹ ਜਿਹੜੀਆਂ ਕੁੜੀਆਂ ਸੀ ਜਿਹੜੀਆਂ ਪੀਂਘਾਂ ਝੂਟਦੀਆਂ ਸੀ, ਅੰਬਰਾਂ ਤੱਕ ਪੀਂਘ ਲੈ ਕੇ ਜਾਂਦੀਆਂ ਸੀ, ਉਹ ਮਤਲਬ ਉਹ ਸਾਰਾ ਉਹੀ ਮੈਂ ਕਹਿ ਰਹੀ ਨਾ ਕਿ ਜਦੋਂ ਛੋਟੇ ਹੁੰਦੇ ਤੋਂ ਹੀ ਬੱਚੇ ਨੂੰ ਜੋ ਪੜ੍ਹਾਇਆ ਜਾ ਰਿਹਾ ਆ, ਜੋ ਉਹਦੇ ਅੰਦਰ ਪਾਇਆ ਜਾ ਰਿਹਾ ਆ, ਤਾਂ ਕਿਤੇ ਨਾ ਕਿਤੇ ਉਹਦੇ ਇਹੋ ਜਿਹੇ ਸਿੱਟੇ ਨਿਕਲਣੇ ਹੀ ਸੀ। ਇਹ ਔਰ ਅਜੇ ਹੋਰ ਨਿਕਲਣਗੇ। ਬਿਲਕੁਲ। ਮੈਂ ਕਿਸੇ ਪਿੰਡ ਵਿੱਚ ਜਾਨੀ ਆ ਤੇ ਸਾਡਾ ਚੈਨਲ ਹੀ ਜਾਂਦਾ ਉੱਥੇ ਸ਼ੂਟਿੰਗ ਦੇ ਲਈ, ਤੇ ਉਹ ਰੱਸੇ ਵਾਲੀ ਪੀਂਘ ਦੇ ਉੱਤੇ ਲੇਡੀ ਖੜੀ ਹੋ ਕੇ ਪੀਂਘ ਚੜਾਉਂਦੀ ਹੈ ਤੇ ਉਹ ਅੰਬਰਾਂ ਤੱਕ ਜਾਂਦੀ ਹੈ ਪੀਂਘ, ਔਰ ਮੈਂ ਦੇਖ ਕੇ ਹੈਰਾਨ ਹੋ ਜਾਂਦੀ। ਹੁਣ ਵੇਖੋ ਜਿਹੜੀ ਅੰਬਰਾਂ ਤੱਕ ਜਾਂਦੀ ਦੀ ਗੱਲ ਆ, ਹੁਣ ਉਹਦਾ ਇੱਕ ਵੇਖੋ ਮੈਨੂੰ ਕਿਤੇ ਇਦਾਂ ਲੱਗਦਾ ਹੁੰਦਾ ਹੈ ਕਿ ਉਸ ਵੇਲੇ ਜਦੋਂ ਤੀਆਂ ਤੇ ਪੀਂਘਾਂ ਦਾ ਇਹ ਸੀਗਾ ਸਾਰਾ ਕੰਬੀਨੇਸ਼ਨ ਸੀਗਾ, ਤੇ ਜਿਹੜੀਆਂ ਕੁੜੀਆਂ ਸੀ ਉਹਨਾਂ ਨੂੰ ਪੂਰੀ ਖੁੱਲ੍ਹ ਨਹੀਂ ਸੀ, ਆਜ਼ਾਦੀ ਨਹੀਂ ਸੀ ਆਪਣੇ ਮਨ ਦੇ ਭਾਵ ਪ੍ਰਗਟਾਉਣ ਦੀ, ਜੋ ਉਹ ਕਰਨਾ ਚਾਹੁੰਦੀਆਂ ਆ ਉਹ ਕਰਨ ਦੀ। ਹੁਣ ਤੁਸੀਂ ਆਪਣੇ ਵੱਲ ਵੇਖੋ, ਜਿਸ ਮੁਕਾਮ ਤੇ ਤੁਸੀਂ ਪਹੁੰਚੇ ਹੋ, ਉਹ ਕੁੜੀਆਂ ਦੇ ਅੰਦਰ ਪ੍ਰਤਿਭਾ ਸੀ ਜੀ, ਉਹ ਕਰ ਸਕਦੀਆਂ ਸੀ, ਪਰ ਮਾਹੌਲ ਨਹੀਂ ਸੀ, ਆਗਿਆ ਨਹੀਂ ਸੀ। ਤਾਂ ਉਹਨਾਂ ਦੇ ਮਨ ਦੀ ਅੰਦਰ ਦੀ ਉਡਾਰੀ ਜਿਹੜੀ ਹੈ ਨਾ, ਉਹ ਪੀਂਘ ਦੇ ਵਿੱਚੋਂ ਦਿਸਦੀ ਸੀ ਕਿ ਉਹ ਇੰਨੀ ਉਡਾਰੀ ਭਰਨਾ ਜਾਣਦੀਆਂ ਸੀ। ਉਹਨਾਂ ਦੇ ਅੰਦਰ ਇੱਛਾ ਸੀ ਕਿ ਉਹ ਅੰਬਰਾਂ ਤੱਕ ਪਹੁੰਚਣ। ਪਿੱਪਲ ਦੇ ਪੱਤੇ ਤੋੜ ਲਿਆਉਂਦੀਆਂ ਸੀ, ਉੱਪਰਲੀ ਟਾਹਣੀ ਦੇ ਪਿੱਪਲ ਦੇ ਪੱਤੇ ਜਿਹੜੇ ਆ ਉਹ ਤੋੜ ਲਿਆਉਂਦੀਆਂ ਸੀ। ਤਾਂ ਕਿਤੇ ਨਾ ਕਿਤੇ ਇਹਦੇ ਮੈਨੂੰ ਜਦੋਂ ਮੈਂ ਪੀਂਘਾਂ ਝੂਟਦੀਆਂ ਕੁੜੀਆਂ ਦੀ ਗੱਲ ਸੁਣਦੀ ਆ ਜਾਂ ਕਰਦੀ ਆ ਜਾਂ ਵੇਖਦੀ ਆ, ਤੇ ਮੈਨੂੰ ਲੱਗਦਾ ਹੈ ਕਿ ਉਸ ਵੇਲੇ ਦੀਆਂ ਕੁੜੀਆਂ ਜਦੋਂ ਇਹ ਪੀਂਘਾਂ ਝੂਟਦੀਆਂ ਸੀ ਤੇ ਉਹਨਾਂ ਦੇ ਮਨ ਵਿੱਚ ਉਡਾਰੀਆਂ ਮਾਰਨ ਦੀ ਇੱਛਾ ਤੇ ਸੀ। ਵਾਹ, ਬਿਲਕੁਲ। ਪਰ ਉਹ ਇੱਛਾ ਜਿਹੜੀ ਹੈ ਨਾ, ਉਹ ਉਹਨਾਂ ਦੇ ਸਾਡੀ ਜਿਹੜੀ ਇੱਕ ਸਮਾਜਿਕ ਮਰਿਆਦਾ ਆ, ਸਮਾਜ ਸਾਡੇ ਕੋਲੋਂ ਜੋ ਮੰਗ ਕਰਦਾ ਆ, ਉਸ ਮਰਿਆਦਾ ਦੇ ਵਿੱਚ ਉਹ ਉਡਾਰੀ ਜਿਹੜੀ ਸੀ ਉਹਦੀ ਪੀਂਘਾਂ ਤੱਕ ਸੀ। ਬਜ਼ਾਰੀਕਰਨ ਦੀ ਗੱਲ ਹੋਈ ਤੇ ਆਪਾਂ ਪੂਰਾ ਇਸ ਦੇ ਉੱਤੇ ਚਰਚਾ ਕੀਤੀ ਕਿ ਹੋਣਾ ਆ, ਲਾਜ਼ਮੀ ਆ, ਇਹ ਚੀਜ਼ਾਂ ਹੋ ਰਹੀਆਂ। ਪਰ ਹੁਣ ਗੱਲ ਕਰਦੀ ਆ ਮੈਂ ਵਿਦੇਸ਼ਾਂ ਦੀ। ਜਿਹੜੇ ਬਾਹਰਲੇ ਦੇਸ਼ਾਂ ਦੇ ਲੋਕ ਆ, ਸਾਡੇ ਪੰਜਾਬੀ ਉੱਥੇ ਗਏ ਆ, ਉਹ ਜ਼ਿਆਦਾ ਕਲਚਰਲ ਚੀਜ਼ਾਂ ਮਨਾਉਣੀਆਂ ਪਸੰਦ ਕਰਦੇ ਆ ਸਾਡੇ ਪੰਜਾਬ ਦੇ ਲੋਕਾਂ ਤੋਂ। ਕਿਉਂਕਿ ਜੇ ਅਸੀਂ ਹੁਣ YouTube ਦਾ ਜ਼ਮਾਨਾ ਆ ਗਿਆ, ਤੁਹਾਨੂੰ ਨਾਲ ਦੇ ਨਾਲ ਇੰਟਰਨੈਟ ਤੇ ਪਤਾ ਲੱਗ ਜਾਂਦਾ ਉਧਰ ਕੀ ਹੋ ਰਿਹਾ। ਸਾਡੇ ਚੈਨਲ ਨੇ ਵੀ ਉਧਰ ਤੀਆਂ ਮਨਾਈਆਂ, ਬਹੁਤ ਮਸ਼ਹੂਰ ਤੀਆਂ ਨੇ ਐਲਕ ਗਰੋਵ ਦੀਆਂ, ਤੇ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਹੈਰਾਨ ਹੋ ਜਾਓਗੇ। ਕਿਤੇ ਘੱਗਰੇ, ਫੁਲਕਾਰੀਆਂ, ਕਿਤੇ ਸਮਾਨ ਪੰਜਾਬੀ, ਥੱਲੇ ਦਰਖਤਾਂ ਦੇ ਦਰੀਆਂ ਵਿਛਾ ਕੇ ਬੈਠੀਆਂ। ਉਦੋਂ ਮੈਨੂੰ ਲੱਗਦਾ ਹੈ ਕਿਤੇ ਜਿਹੜੇ ਵਿਦੇਸ਼ਾਂ ਦੇ ਲੋਕ ਉਹ ਜ਼ਿਆਦਾ ਕਲਚਰ ਸਾਂਭ ਰਹੇ ਆ ਸਾਡੇ ਨਾਲੋਂ, ਜਾਂ ਉਹਨਾਂ ਦੀ ਚਾਹ ਜ਼ਿਆਦਾ ਆ। ਬਿਲਕੁਲ। ਹੁਣ ਉਹਦਾ ਵੀ ਇੱਕ ਕਾਰਨ ਆ ਜੋ ਮੈਨੂੰ ਸਮਝ ਆਉਂਦਾ ਹੈ। ਵੇਖੋ, ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਪੰਜਾਬੀ ਹੈ ਨਾ, ਉਹਨਾਂ ਦੀ ਜਨਮ ਭੂਮੀ ਤੇ ਕਰਮ ਭੂਮੀ ਦੇ ਵਿੱਚ ਫਰਕ ਆ ਗਿਆ। ਠੀਕ ਹੈ। ਹਰ ਇਨਸਾਨ ਅਚੇਤ ਪੱਧਰ ਤੇ ਆਪਣੀ ਜਨਮ ਭੂਮੀ ਦੇ ਨਾਲ ਜੁੜ ਕੇ ਰਹਿੰਦਾ ਹੈ। ਉਹਦੇ ਅੰਦਰ ਇੱਛਾ ਤਾਂ ਰਹਿੰਦੀ ਹਮੇਸ਼ਾ ਆਪਣੀ ਜਨਮ ਭੂਮੀ ਵੱਲ ਮੁੜਨ ਦੀ, ਪਰ ਰੁਜ਼ਗਾਰ ਦੀ ਖਾਤਰ ਕਹਿ ਲਓ, ਉਹ ਆਪਣੀ ਕਰਮ ਭੂਮੀ ਤੇ ਗਏ ਆ। ਹੁਣ ਜਦੋਂ ਉਹਨਾਂ ਦੀ ਜਨਮ ਭੂਮੀ ਇੱਥੇ ਆ ਤੇ ਕਰਮ ਭੂਮੀ ਉੱਥੇ ਆ, ਤੇ ਉਹਨਾਂ ਦੇ ਅੰਦਰ ਆਪਣੀ ਜਨਮ ਭੂਮੀ ਨੂੰ ਯਾਦ ਕਰਕੇ ਇੱਕ ਭੂ-ਹੇਰਵਾ ਪੈਦਾ ਹੁੰਦਾ ਹੈ। ਭੂ-ਹੇਰਵਾ ਲਿਟਰੇਰੀ ਟਰਮ ਹੁੰਦੀ ਹੈ ਕਿ ਉਹਨਾਂ ਨੂੰ, ਹੈ ਨਾ, ਤਾਂ ਉਸ ਭੂ-ਹੇਰਵੇ ਨੂੰ ਉਹ ਥੋੜਾ ਘਟਾਉਣ ਦੇ ਲਈ ਉਹ ਆਪਣੇ ਅਤੀਤ ਦੇ ਵਿੱਚ ਜਿਉਂਦੇ ਆ। ਅਤੀਤ ਜਿਹੜਾ ਉਹ ਇੱਥੋਂ ਲੈ ਕੇ ਗਏ ਆ, ਬਿਲਕੁਲ, ਜਿਹੜਾ ਉਹ ਆਪਣਾ ਸੱਭਿਆਚਾਰ, ਜੋ ਇੱਥੋਂ ਦੀ ਸੱਭਿਆਚਾਰਕ ਤਸਵੀਰ, ਫਰਜ਼ ਕਰੋ ਅੱਜ ਤੋਂ 50 ਸਾਲ ਪਹਿਲਾਂ ਜੋ ਗਏ ਸੀ, ਤੇ ਉਸ ਵੇਲੇ ਦੀ ਤਸਵੀਰ ਉਹ ਆਪਣੀ ਨਾਲ ਲੈ ਕੇ ਗਏ ਆ ਆਪਣੇ ਅਚੇਤ ਦੇ ਵਿੱਚ। ਉਹ ਉਸ ਅਚੇਤ ਨੂੰ ਜਿਉਂਦੇ ਆ, ਉਹਨੂੰ ਜਿਉਂਦਾ ਰੱਖਣਾ ਚਾਹੁੰਦੇ ਆ। ਉਹਦਾ ਇੱਕ ਕਾਰਨ ਵੀ ਹੈ, ਪੱਛਮ ਦੇ ਵਿੱਚ ਉਹਨਾਂ ਨੇ ਆਪਣੀ ਹੋਂਦ ਬਣਾ ਕੇ ਰੱਖਣੀ ਹੈ। ਆਪਣੀ ਹੋਂਦ ਨੂੰ ਬਚਾਈ ਰੱਖਣਾ ਉੱਥੇ ਇੱਕ ਚੁਣੌਤੀ ਹੈ, ਤੇ ਉਹਨੂੰ ਬਚਾਉਣ ਦੇ ਲਈ ਇਸ ਸੱਭਿਆਚਾਰ ਨੂੰ ਉੱਥੇ ਉਹ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਉਹ ਇਸ ਸੰਤਾਪ ਨੂੰ ਭੋਗ ਚੁੱਕੇ ਆ ਆਪਣੀ ਜਨਮ ਭੂਮੀ ਨੂੰ ਛੱਡਣ ਦਾ। ਇਸ ਕਰਕੇ ਉਹਨਾਂ ਦੇ ਉਹ ਉੱਥੇ ਇੱਕ ਕਹਿ ਲਓ ਕਿ ਕਾਲਪਨਿਕ ਘਰ ਸਿਰਜਦੇ ਆ।
ਪੰਜਾਬੀ ਕਾਲਪਨਿਕ ਘਰ ਸਿਰਜਦੇ ਆ ਜਿਹਦੇ ਵਿੱਚ ਸਾਰਾ ਕੁਝ ਉਹ ਹੂਬਹੂ ਉਦਾਂ ਦਾ ਸਿਰਜਣ ਦੀ ਕੋਸ਼ਿਸ਼ ਕਰਦੇ ਆ ਜਿਸ ਤਰ੍ਹਾਂ ਦਾ ਉਹ ਇੱਥੇ ਛੱਡ ਕੇ ਗਏ ਸੀ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਥੇ ਅਸੀਂ ਅੰਗਰੇਜ਼ੀ ਤਰੀਕੇ ਦੇ ਨਾਲ ਮਨਾ ਰਹੇ ਹਾਂ, ਕਿਉਂਕਿ ਅਸੀਂ ਉਸ ਸੰਤਾਪ ਦੇ ਵਿੱਚੋਂ ਨਿਕਲੇ ਹੀ ਨਹੀਂ। ਸਾਡੀ ਜਨਮ ਭੂਮੀ ਵੀ ਹੈ ਤੇ ਕਰਮ ਭੂਮੀ ਵੀ ਹੈ। ਸਾਡੇ ਅੰਦਰ ਉਹ ਸ਼ਿੱਦਤ ਹੀ ਨਹੀਂ ਆ ਜਨਮ ਭੂਮੀ ਤੋਂ ਦੂਰ ਜਾ ਕੇ ਜਨਮ ਭੂਮੀ ਵੱਲ ਵਾਪਸ ਪਰਤਣ ਦੀ, ਹੈਨਾ। ਤਾਂ ਜਦ ਤੱਕ ਸਾਡੇ ਅੰਦਰ ਉਹ ਸ਼ਿੱਦਤ ਪੈਦਾ ਨਹੀਂ ਹੁੰਦੀ ਜੀ, ਤਦ ਤੱਕ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਨਹੀਂ ਜੁੜ ਸਕਦੇ। ਜਿਹੜੇ ਵਿਦੇਸ਼ਾਂ ਵਿੱਚ ਗਏ ਪੰਜਾਬੀਏ, ਉਹਨਾਂ ਦੇ ਮਨ ਦੇ ਵਿੱਚ ਆਪਣੀ ਜਨਮ ਭੂਮੀ ਦੇ ਲਈ, ਆਪਣੇ ਸੱਭਿਆਚਾਰ ਦੇ ਲਈ ਆਪਣੇ ਉਹਦੇ ਸ਼ਿੱਦਤ ਆ। ਉਹ ਉਸ ਸ਼ਿੱਦਤ ਨੂੰ ਹੀ ਕਾਇਮ ਰੱਖਦਿਆਂ ਹੋਇਆਂ ਇਸ ਤਰ੍ਹਾਂ ਉੱਥੇ ਬਿਲਕੁਲ ਉਹਦੀ ਰੂਹ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ। ਤੀਆਂ ਦੀ, ਆਪਣੇ ਹਰ ਤਿਉਹਾਰ ਦੇ ਰੂਹ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ। ਆਪਣੇ ਮਨ ਨੂੰ ਜਿਹੜਾ ਇੱਕ ਸੰਤੁਸ਼ਟ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਦੇ। ਬਹੁਤ ਵਧੀਆ ਲੱਗਾ ਗੱਲਬਾਤ ਕਰਕੇ। ਦਿਲ ਤਾਂ ਕਰਦਾ ਕਿ ਹੋਰ ਕਿੰਨੇ ਸਾਰੇ ਸਵਾਲ ਆਪਣੇ ਪਿਟਾਰੇ ਚੋਂ ਕੱਢਾਂ ਤੇ ਤੁਹਾਡੇ ਮੂਹਰੇ ਰੱਖਦਾ ਕਿਉਂਕਿ ਇਹ ਜਵਾਬ ਸੁਣ ਕੇ ਮੈਨੂੰ ਬਹੁਤ ਆਨੰਦ ਆ ਰਿਹਾ। ਪਰ ਟਾਈਮ ਜਿਹੜਾ ਹੈ ਨਾ ਉਹ ਬਹੁਤ ਬਲਵਾਨ ਹੈ। ਜਿੱਦਾਂ ਹੁਣ ਤੀਆਂ ਦਾ ਸਮਾਂ ਮੁੱਕ ਗਿਆ, ਇਦਾਂ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਵੀ ਮੁੱਕ ਗਿਆ। ਕੋਈ ਖਾਸ ਗੱਲ ਜਿਹੜੇ ਜਾਂਦੇ ਹੋਏ ਤੁਸੀਂ ਕਹਿਣਾ ਚਾਹੋ? ਖਾਸ ਗੱਲ ਮੈਂ ਇਹੀ ਕਹਿਣਾ ਚਾਹਾਂਗੀ ਕਿ ਬਰਨ ਬਦਲਾਓ ਤੇ ਆਉਣਾ ਆ। ਤਾਂ ਬਦਲਾਓ ਜਿਹੜਾ ਆ ਰਿਹਾ ਆ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਹੁਣ ਸਾਨੂੰ ਇਹ ਚਾਹੀਦਾ ਆ ਕਿ ਅਸੀਂ ਬੱਚਿਆਂ ਨੂੰ ਆਪਣੇ ਮੁਤਾਬਕ ਢਾਲਣ ਦੀ ਕੋਸ਼ਿਸ਼ ਨਾ ਕਰਕੇ ਜੀ ਕੁਝ ਉਹਨਾਂ ਦੇ ਹਿਸਾਬ ਨਾਲ ਬਦਲ ਜਾਈਏ, ਜੀ ਕੁਝ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਬਦਲ ਜਾਈਏ, ਕੋਈ ਵਿੱਚ ਵਿਚਾਲੇ ਵਾਲਾ ਰਸਤਾ ਕੱਢ ਲਈਏ ਕਿ ਸਾਡੇ ਸਾਰੇ ਤਿਉਹਾਰ ਵੀ ਜਿਉਂਦੇ ਰਹਿਣ, ਸਾਡਾ ਸੱਭਿਆਚਾਰ ਜਿਹੜਾ ਆ ਉਹ ਮਤਲਬ ਉਹ ਵੀ ਇਦਾਂ ਮਤਲਬ ਬੱਚੇ ਜਿਹੜੇ ਉਹਦੇ ਨਾਲ ਜੁੜੇ ਰਹਿਣ। ਬਾਕੀ ਮੈਂ ਇਹ ਜ਼ਰੂਰ ਕਵਾਂਗੀ ਕਿ ਮੈਨੂੰ ਨਹੀਂ ਲੱਗਦਾ ਕਿ ਸਾਡੇ ਸੱਭਿਆਚਾਰ ਨੂੰ ਕੋਈ ਖਤਰਾ ਹੈ। ਮਤਲਬ ਮੈਂ ਬਹੁਤ ਕਹਿ ਲਓ ਕਿ ਆਸਵੰਦ ਆ ਜਾਂ ਪੋਜ਼ਿਟਿਵ ਅਪਰੋਚ ਮੈਂ ਆਪਣੀ ਰੱਖਦੀ ਆ ਕਿ ਕੋਈ ਸੱਭਿਆਚਾਰ ਨੂੰ ਖਤਰਾ ਨਹੀਂ ਆ। ਬਦਲਦਾ ਹੈ, ਰੂਪ ਬਦਲਨੇ ਆ, ਬਦਲਣ ਮਨਾਉਣ ਦੇ ਢੰਗ ਤਰੀਕੇ ਬਦਲਨੇ ਆ, ਪਰ ਇਹ ਚੱਲਦਾ ਰਹਿਣਾ। ਇਹ ਸਾਡੀ ਜ਼ਿੰਦਗੀ ਦਾ ਹਿੱਸਾ ਸੀ, ਹੈ ਤੇ ਬਣੇ ਰਹਿਣੇ ਤੇ ਅਸੀਂ ਇਦਾਂ ਹੀ ਇਹਨਾਂ ਦਾ ਆਨੰਦ ਮਾਣਦੇ ਰਹਿਣਾ। ਡਾਕਟਰ ਹਰਪ੍ਰੀਤ ਕੌਰ ਜੀ ਪ੍ਰੋਗਰਾਮ ਚ ਆਏ, ਤੁਸੀਂ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬੈਠਕ ਵਿਦ ਬਰੁਨ ਕੌਰ ਮਾਨ ਇੱਥੇ ਖਤਮ ਹੁੰਦਾ ਹੈ। ਮੈਨੂੰ ਦਿਓ ਆ ਗਿਆ ਤੀਆਂ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਹੈ, ਉਮੀਦ ਪਸੰਦ ਆਈ ਹੋਵੇਗੀ। ਤੇ ਮੈਨੂੰ ਹੋਰ ਇੱਕ ਉਮੀਦ ਹੈ, ਉਹ ਇਹ ਕਿ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।